ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਇਹ ਉਦਮ ਉਪਰਾਲਾ ਰਹਿੰਦਾ ਹੈ ਕਿ ਜਿੱਥੇ ਵੀ ਕੋਈ ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਵਾਂਝਾ ਹੁੰਦਾ ਹੈ, ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉੱਥੋਂ ਤੱਕ ਪਹੁੰਚ ਕਰਕੇ ਤੇ ਉਸ ਪਰਿਵਾਰਕ ਮੈਂਬਰ ਦੀ ਜਿਹੜੀ ਸਾਂਝ ਹੈ ਉਹ ਆਪ ਸਭ ਸੰਗਤਾਂ ਦੇ ਨਾਲ ਪਵਾਈ ਜਾਂਦੀ ਹੈ। ਅੱਜ ਸਾਨੂੰ ਪਤਾ ਲੱਗਾ ਸੀ ਕਿ ਪਿੰਡ ਸ਼ੇਖ ਚੱਕ ਦੇ ਵਿੱਚ ਇੱਕ ਪਰਿਵਾਰਕ ਮੈਂਬਰ ਕਾਫੀ ਦਿੱਕਤਾਂ ਦੇ ਵਿੱਚੋਂ ਜਿਹੜਾ ਵਾ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਸੋ ਅੱਜ ਅਸੀਂ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਪਿੰਡ ਸ਼ੇਖ ਚੱਕ ਪਹੁੰਚੇ ਹਾਂ। ਤੇ ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਸੰਗਤ ਜੀ ਆਪ ਜੀ ਦੀ ਸਿੱਧੀ ਜਿਹੜੀ ਸਾਂਝ ਆ ਉਹ ਭੈਣ ਜੀ ਉਹਨਾਂ ਦੇ ਨਾਲ ਕਰਵਾਉਣਾ ਤੇ ਉਹੀ ਦੱਸ ਸਕਦੇ ਨੇ ਕਿ ਅਸਲ ਦੇ ਵਿੱਚ ਕੀ ਪ੍ਰੋਬਲਮ ਹੈ ਭੈਣ ਜੀ ਉਹਨਾਂ ਨੂੰ। ਭੈਣ ਜੀ ਅੱਜ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਨੇ ਪਿੰਡ ਸ਼ੇਖ ਚੱਕ ਪਹੁੰਚ ਕੀਤੀ ਤੇ ਮੈਂ ਚਾਹੁੰਦਾ ਜ਼ਰੂਰ ਆਪ ਜੀ ਦੱਸੋ ਕਿ ਕੀ ਦਿੱਕਤ ਹੈ ਆਪ ਜੀ ਨੂੰ। ਮੇਰੇ ਨਾ ਆਪਰੇਸ਼ਨ ਹੋਣਾ ਵਾ ਪੱਥਰੀ ਦਾ। ਹਾਂਜੀ, ਤੇ ਆਪਰੇਸ਼ਨ ਕਰਵਾਉਣਾ ਵਾ, ਅਸੀਂ ਮਤਲਬ ਕਰਾ ਨਹੀਂ ਸਕਦੇ ਇਕੱਲੇ ਜਣੇ। ਮਤਲਬ ਕਿੱਥੇ ਤੁਸੀਂ ਦਿਖਾਇਆ ਸੀ ਵੀ ਜਿਹੜਾ ਆਪਰੇਸ਼ਨ, ਕਿਉਂਕਿ ਕਿਸੇ ਡਾਕਟਰ ਤੋਂ ਜਾਂ ਕਿਤੇ ਪਹੁੰਚ ਕੀਤੀ ਹੋਵੇਗੀ ਫਿਰ ਹੀ ਉਹਨਾਂ ਦੱਸਿਆ ਹੋਣਾ ਕਿ ਇਹ ਚੀਜ਼ ਦਾ ਆਪਰੇਸ਼ਨ ਨਹੀਂ ਹੋਣਾ। ਹਾਂਜੀ, ਮੈਂ ਤਰਨਤਾਰਨ ਦਿਖਾਇਆ ਸੀ ਸਿਵਲ ਹਸਪੀਟਲ 'ਚ, ਅਤੇ ਉੱਥੇ ਅਲਟਰਾਸਾਊਂਡ ਕਰਾਈ ਸੀ ਅਤੇ ਉਹਦੇ 'ਚ ਆਇਆ ਸੀ। ਹਾਂਜੀ। ਕਿੰਨੇ MM ਦੀ ਮਤਲਬ ਪੱਥਰੀ ਜਿਹੜੀ ਸੀ ਉਹ ਦੱਸਦੇ ਸੀ, ਕਿਉਂਕਿ ਆਪਾਂ ਅਲਟਰਾਸਾਊਂਡ ਜਾਂ ਉੱਥੋਂ ਤੱਕ ਪਹੁੰਚ ਤਾਂ ਹੀ ਕਰਵਾਉਂਦੇ ਜਦੋਂ ਸਾਨੂੰ ਦਿੱਕਤ ਆਉਂਦੀ। ਮਤਲਬ ਕਿਵੇਂ ਪਹਿਲਾਂ ਦਿੱਕਤ ਆਉਂਦੀ ਸੀ ਕੋਈ ਫਿਰ ਹੀ ਜਾ ਕੇ ਸੁਜੈਸਟ ਕੀਤਾ ਹੋਣਾ ਡਾਕਟਰ ਸਾਹਿਬ ਨੂੰ। ਹਾਂਜੀ, ਮੇਰੇ ਨਾ ਦਰਦ ਹੁੰਦੀ ਸੀ, ਕਦੀ ਕਦੀ ਥੋੜ੍ਹਾ ਹੁੰਦੀ ਸੀ ਅਤੇ ਮੈਂ ਕੇਅਰ ਨਹੀਂ ਕੀਤੀ ਸੀ, ਅਤੇ ਬਾਅਦ ਵਿੱਚ ਮੇਰੇ ਜ਼ਿਆਦਾ ਇੱਕ ਦਿਨ ਜ਼ਿਆਦਾ ਦਰਦ ਹੋਣ ਡੈ ਪਈ, ਇਸ ਕਰਕੇ ਮੈਂ ਐਕਸਰਾ ਕਰਾਇਆ, ਸਕੈਨਿੰਗ ਕਰਾਈ, ਉਹਦੇ 'ਚ ਪਤਾ ਲੱਗਿਆ ਸੀ। ਹਾਂਜੀ। ਕਿੰਨੇ MM ਦੀ ਮਤਲਬ ਦੱਸਦੇ ਸੀ ਪੱਥਰੀ ਵੀ ਇਹਦਾ ਆਪਰੇਟ ਤੁਹਾਨੂੰ ਕਰਵਾਉਣਾ ਹੀ ਪੈਣਾ ਹੈ? 5 MM ਦੀ ਦੱਸਦੇ ਸੀ। ਹਾਂਜੀ। ਠੀਕ ਹੈ। ਇਹ ਗੁਰਦੇ ਵਿੱਚ ਆ ਜਾਂ ਪੱਥਰੀ ਤੁਹਾਡੇ ਕਿ ਜਾਂ ਕਿਡਨੀ ਦੇ ਕੀ ਨਾਲ ਦਾ ਪਿੱਤੇ ਦੇ ਵਿੱਚ? ਨਹੀਂ, ਪਿੱਤੇ ਦੇ ਵਿੱਚ। ਹਾਂਜੀ। ਠੀਕ ਹੈ। ਸੋ ਸੰਗਤ ਜੀ ਮੈਂ ਜਿਵੇਂ ਕਿ ਆਪ ਸਭ ਸੰਗਤਾਂ ਦੇ ਨਾਲ ਜਿਹੜੀ ਸੀ ਉਹ ਗੱਲਬਾਤ ਸਾਂਝੀ ਕਰ ਹੀ ਰਿਹਾ ਵਾਂ ਕਿ ਭੈਣ ਇਹਨਾਂ ਦਾ ਨਾਂ ਜਿਹੜਾ ਇਹ ਵੀਨਾ ਕੌਰ ਹੈ ਅਤੇ ਭੈਣ ਜੀ ਹੁਣ ਇੱਥੇ ਵੈਸੇ ਆਪਣੇ ਪੇਕੇ ਘਰ ਰਹਿੰਦੇ ਨੇ। ਉਹ ਕੀ ਕਾਰਨ ਨੇ ਕਿ ਜਿਹੜਾ ਪੇਕੇ ਘਰ ਰਹਿ ਰਹੇ ਨੇ, ਇਸ ਗੱਲ ਬਾਰੇ ਅਤੇ ਬਹੁਤਾ ਖੁੱਲ੍ਹ ਕੇ ਭੈਣ ਜੀ ਹੁਣੀ ਹੀ ਦੱਸ ਸਕਦੇ ਨੇ। ਭੈਣ ਜੀ ਮਤਲਬ ਤੁਹਾਡਾ ਪੇਕਾ ਘਰ ਇਹ ਅਤੇ ਪਿੱਛੇ ਫਿਰ ਕਿੱਥੇ ਮਤਲਬ ਵਿਆਹੁਤਾ ਸੀ ਅਤੇ ਇੱਥੇ ਕੀ ਕਰਨਾ ਹੈ? ਪਿੱਛੇ ਮੈਂ ਗੋਇੰਦਵਾਲ ਵਿਆਹੀ ਹਾਂ। ਅਸੀਂ 4 ਭੈਣਾਂ ਸੀ ਅਤੇ ਭਰਾ ਸੀ ਸਾਡਾ ਇੱਕ ਹੀ, ਅਤੇ ਉਹਨਾਂ ਦੀ ਡੈਥ ਹੋ ਗਈ ਹੈ 2-3 ਮਹੀਨੇ ਹੋਏ ਹਾਲੇ। ਅਤੇ ਫਿਰ ਉਹ ਮੰਮੀ ਇਕੱਲੇ, ਭਰਜਾਈ ਵੀ ਇਕੱਲੇ, ਛੋਟੇ ਬੱਚੇ ਉਹਨਾਂ ਦੇ ਕੋਲ। ਫਿਰ ਇਹੀ ਕੰਮ ਕਰਦੇ ਮੇਰੇ ਘਰ ਵਾਲਾ, ਅਤੇ ਇਹੀ ਸਾਰਦੇ ਉੱਥੇ ਵੀ ਅਤੇ ਇੱਥੇ, ਫਿਰ ਤਾਂ ਕਰਕੇ ਸਾਡਾ ਵੀ ਸਰਦਾ ਠੀਕ ਹੀ। ਹਾਂਜੀ। ਸੋ ਸੰਗਤ ਜੀ ਸਮਝ ਸਕਦੇ ਜੇ ਕਿ ਕਿਉਂ ਭੈਣ ਜੀ ਉਹਨਾਂ ਨੂੰ ਇੱਥੇ ਆਉਣਾ ਪਿਆ। ਮੈਂ ਇੱਥੇ ਇੱਕ ਗੱਲ ਹੋਰ ਆਪ ਜੀ ਦੇ ਨਾਲ ਜਿਹੜੀ ਉਹ ਸਾਂਝੀ ਕਰਨਾ ਚਾਹੁੰਦਾ ਕਿ ਪਿਛਲੇ ਦਿਨੀਂ ਮੈਂ ਆਪ ਸਭ ਸੰਗਤਾਂ ਦੇ ਨਾਲ ਇੱਕ ਮਾਤਾ ਜੀ ਉਹਨਾਂ ਦੀ ਸਾਂਝ ਪਾਈ ਸੀ, ਜਿਹੜੀਆਂ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਉਹਨਾਂ ਦਾ ਵੀ ਇਲਾਜ ਆਪ ਸਭ ਸੰਗਤਾਂ ਵੱਲੋਂ ਕਰਵਾਇਆ ਗਿਆ। ਮਾਤਾ ਬਲਵੀਰ ਕੌਰ ਜੀ ਸ਼ੇਖ ਚੱਕ ਦੇ, ਉਹ ਇਹਨਾਂ ਦੇ ਹੀ ਮਾਤਾ ਜੀ ਨੇ ਅਤੇ ਸੰਗਤ ਏਡ ਦੀ ਪੂਰੀ ਟੀਮ ਨੇ ਇੱਥੋਂ ਤੱਕ ਪਹੁੰਚ ਕੀਤੀ ਸੀ ਕਿਉਂਕਿ ਪਰਿਵਾਰ ਨੇ ਗੁਹਾਰ ਲਾਈ ਸੀ ਕਿ ਸਾਡੀ ਮਦਦ ਕੀਤੀ ਜਾਵੇ। ਅਤੇ ਮੈਂ ਪਹਿਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ, ਫਿਰ ਇੱਕ ਵਾਰੀ ਆਪ ਸਭ ਸੰਗਤਾਂ ਦੇ ਨਾਲ ਇਹ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਦਿੰਦਾ ਕਿ ਭੈਣ ਜੀ ਹੁਣੀ 4 ਭੈਣਾਂ ਸਨ ਅਤੇ ਇੱਕੋ ਹੀ ਇਹਨਾਂ ਦਾ ਜਿਹੜਾ ਸੀ ਬ੍ਰਦਰ ਸੀ। ਪਿਤਾ ਜੀ ਅਤੇ ਕਾਫੀ ਸਮਾਂ ਪਹਿਲਾਂ ਇਹਨਾਂ ਦੇ ਜਿਹੜੇ ਸੀ ਉਹ ਚੜ੍ਹਾਈ ਕਰ ਗਏ। ਸੋ ਇਹਨਾਂ ਦੇ ਥੋੜ੍ਹੇ ਕੁ ਚਿਰ ਹੋਇਆ ਇਹਨਾਂ ਦੇ ਜਿਹੜੇ ਭਰਾ ਨੇ ਜਿਹੜੇ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਸੋ ਇਸ ਕਰਕੇ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਪਿੱਛੇ ਘਰ ਦੇ ਵਿੱਚ ਕੋਈ ਆਦਮੀ ਨਹੀਂ ਸੀ। ਇਸੇ ਹੀ ਕਰਕੇ ਮਾਤਾ ਜੀ ਉਹਨਾਂ ਨੇ ਆਪਣੀ ਬੇਟੀ ਨੂੰ ਕਿਹਾ ਕਿ ਤੁਸੀਂ ਆਪਣੇ ਪਤੀ ਨੂੰ ਲੈ ਕੇ ਅਤੇ ਇੱਥੇ ਆ ਗਏ। ਸੋ ਹੁਣ ਇਹੀ ਸਾਰੇ ਪਰਿਵਾਰ ਦੀ ਵਾਗਡੋਰ ਜਿਹੜੀ ਹੈ ਉਹ ਸੰਭਾਲ ਰਹੇ ਨੇ, ਕਿੱਥੇ ਆਪ ਵੀ ਮਿਹਨਤ ਮਾਤਾ ਜੀ ਹੁਣੀ ਜਿਹੜੇ ਨੇ ਉਹ ਕਰਦੇ ਨੇ, ਇਹਨਾਂ ਦੀ ਨੌਂ ਵੀ, ਅਤੇ ਉੱਥੇ ਭਾਜੀ ਹੁਣੀ ਵੀ ਆਣ ਕੇ ਇਹਨਾਂ ਦੇ ਕੋਲ ਰਹਿੰਦੇ ਨੇ। ਅਤੇ ਨਾਲੇ ਜੋ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਘਰ ਦੇ ਵਿੱਚ ਜਦੋਂ ਬੰਦਾ ਨਾ ਹੋਵੇ ਤਾਂ ਜ਼ਿੰਦਗੀ ਜਿਉਣੀ ਕਿੰਨੀ ਔਖੀ ਹੋ ਜਾਂਦੀ, ਕਿਉਂਕਿ ਆਪ ਸਭ ਸੰਗਤਾਂ ਸਾਰੀਆਂ ਹੀ ਪਰਿਵਾਰਾਂ ਵਾਲੀਆਂ ਨੇ। ਸਾਨੂੰ ਪਤਾ ਹੈ ਕਿ ਜਦੋਂ ਕਿਤੇ ਬਾਜ਼ਾਰ ਦੇ ਵਿੱਚ ਜਾਂ ਹੋਰ ਕੋਈ ਕੰਮ ਅਸੀਂ ਕਿਤੇ ਜਾਣਾ ਹੋਵੇ ਤਾਂ ਬੰਦਿਆਂ ਦੀ ਕਿੰਨੀ ਜ਼ਰੂਰਤ ਹੁੰਦੀ ਹੈ। ਸੋ ਉਸੇ ਹੀ ਤਹਿਤ ਜਿਹੜਾ ਸੀ ਭੈਣ ਜੀ ਉਹਨਾਂ ਨੂੰ ਨੇ ਇਹ ਬੇਨਤੀ ਜਿਹੜੀ ਸੀ ਆਪਣੀ ਮਾਤਾ ਜੀ ਉਹਨਾਂ ਦੀ ਮੰਨੀ
ਤੇ ਇੱਥੇ ਆ ਗਏ। ਕਿੰਨਾ ਸਮਾਂ ਵੈਸੇ ਭੈਣ ਜੀ ਹੋ ਗਿਆ ਇੱਥੇ ਹੁਣ ਰਹਿੰਦਿਆਂ ਨੂੰ? ਸਾਨੂੰ ਹੋ ਗਏ ਆ 6-7 ਮਹੀਨੇ ਆਇਆਂ ਨੂੰ। ਹਾਂਜੀ, ਬਿਮਾਰ ਰਹਿੰਦੇ ਸੀ ਨਾ ਭਰਾ ਮੇਰਾ, ਤੇ ਤਾਂ ਕਰਕੇ ਅਸੀਂ ਇੱਥੇ ਹੀ ਜ਼ਿਆਦਾ ਆਉਂਦੇ ਸੀ। ਹਾਂਜੀ। ਸੋ 6-7 ਮਹੀਨੇ ਹੋ ਗਏ ਨੇ ਭੈਣ ਜੀ ਉਹਨਾਂ ਨੂੰ, ਤੇ ਇਹ ਪ੍ਰੋਬਲਮ ਵੀ ਕਾਫੀ ਇਹਨਾਂ ਨੂੰ ਸਮੇਂ ਤੋਂ ਆ। ਪਰ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਘਰਾਂ ਦੇ ਵਿੱਚ ਹੋਰ ਹੀ ਖਰਚੇ ਬਹੁਤੇ ਹੁੰਦੇ ਨੇ, ਜਿਹਦੇ ਕਰਕੇ ਕਈ ਵਾਰੀ ਅਸੀਂ ਉਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ ਕਿ ਕੋਈ ਗੱਲ ਨਹੀਂ, ਥੋੜ੍ਹੀ ਬਹੁਤੀ ਜਿਹੜੀ ਅਸੀਂ ਦਵਾਈ ਦਾਰੂ ਖਾ ਕੇ ਤੇ ਮਤਲਬ ਤੁਰ ਪੈਂਦੇ ਹਾਂ। ਭੈਣ ਜੀ, ਜਿਵੇਂ ਤੁਸੀਂ ਅਲਟਰਾਸਾਊਂਡ ਕਰਵਾਇਆ ਤੇ ਡਾਕਟਰ ਸਾਹਿਬ ਉਹਨਾਂ ਨੇ ਦੱਸਿਆ ਹੀ ਹੋਣਾ ਕਿ ਕਿੰਨਾ ਕੁ ਖਰਚਾ ਵੈਸੇ ਕਹਿੰਦੇ ਸੀ ਵੀ ਓਪਰੇਟ 'ਤੇ ਆ ਜਾਏਗਾ? ਹਾਂਜੀ, ਦੱਸਿਆ ਸੀ। ਉਹਨਾਂ ਨੇ ਕਿਹਾ ਸੀ ਕਿ 20,000 ਤੱਕ 20-30,000 ਰੁਪਇਆ ਖਰਚਾ ਆਊਗਾ ਤੁਹਾਡਾ। ਹਾਂਜੀ, ਤੇ ਕਰਵਾ ਲਓ, ਛੇਤੀ ਕਰਵਾ ਲਓ, ਤੁਸੀਂ ਛੇਤੀ ਤੋਂ ਛੇਤੀ ਕਰਾਓ ਆਪਰੇਸ਼ਨ, ਕਿਉਂਕਿ ਮੇਰੇ ਇਨਫੈਕਸ਼ਨ ਵੀ ਬਹੁਤ ਹੋਈ ਸੀ ਨਾ। ਇਨਫੈਕਸ਼ਨ ਦਾ ਕਰਕੇ ਜ਼ਿਆਦਾ ਕਹਿੰਦੇ ਸੀ ਉਹ। ਹਾਂਜੀ। ਸੋ ਸੰਗਤ ਜੀ, ਆਪ ਸਭ ਸੰਗਤਾਂ ਦੇ ਨਾਲ ਭੈਣ ਜੀ ਉਹਨਾਂ ਨੇ ਜਿਹੜੀ ਉਹ ਸਾਂਝ ਪਾਈ ਹੈ ਕਿ ਦਿੱਕਤ ਵੀ ਹੈ ਤੇ ਖਰਚਾ ਵੀ ਡਾਕਟਰ ਸਾਹਿਬ ਉਹਨਾਂ ਨੇ ਜਿਹੜਾ ਦੱਸਿਆ ਸੀ ਉਹ ਕਾਫੀ ਸੀ। ਸੋ ਜਿਸ ਕਰਕੇ ਕਾਫੀ ਸਮੇਂ ਤੋਂ ਜਿਹੜਾ ਵਾ ਭੈਣ ਜੀ ਉਹਨਾਂ ਨੇ ਜਿਹੜੀ ਹੈ ਕਿ ਆਪਣਾ ਟਰੀਟਮੈਂਟ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਨਹੀਂ ਕਰਵਾਇਆ। ਸੋ ਸੰਗਤ ਜੀ, ਆਪ ਜੀ ਦੇ ਨਾਲ ਜਿਹੜੀ ਹੈ ਭੈਣ ਵੀਨਾ ਕੌਰ ਉਹਨਾਂ ਨੇ ਜਿਹੜੀ ਜਾਣਕਾਰੀ ਉਹ ਸਾਂਝੀ ਕਰ ਹੀ ਚੁੱਕੇ ਨੇ ਕਿ ਅਸਲ ਦੇ ਵਿੱਚ ਉਹਨਾਂ ਨੂੰ ਕੀ ਪ੍ਰੋਬਲਮ ਹੈ। ਜਿਹੜੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਟੋਨ ਹੈ ਪਿੱਤੇ ਦੇ ਵਿੱਚ, ਜਿਹੜੀ 5 mm ਦੀ ਦੱਸੀ ਗਈ ਹੈ। ਸੋ ਇੱਥੇ ਮੇਰੇ ਕੋਲ ਭੈਣ ਜੀ ਉਹਨਾਂ ਦੇ ਜਿਹੜੇ ਨੇ ਪਤੀ ਵੀ ਨੇ, ਆਪ ਸਭ ਸੰਗਤਾਂ ਦੀ ਮੈਂ ਉਹਨਾਂ ਦੇ ਨਾਲ ਵੀ ਸਾਂਝ ਪਾਉਣਾ। ਭਾਜੀ, ਜਿਵੇਂ ਭੈਣ ਜੀ ਹੁਣੀ ਦੱਸ ਰਹੇ ਸੀ ਕਿ ਪਿਛਲੇ ਕਾਫੀ ਸਮੇਂ ਤੋਂ ਮਤਲਬ ਇਹ ਦਿੱਕਤ ਆ ਰਹੀ ਹੈ, ਤੇ ਮਤਲਬ ਆਪਣੇ ਤੌਰ 'ਤੇ ਤੁਸੀਂ ਦਿਖਾਇਆ ਹੋਣਾ, ਇਲਾਜ ਕਿੱਥੇ ਕਿੱਥੇ ਦਿਖਾਇਆ ਸੀ? ਪਹਿਲਾਂ ਤਾਂ ਅਸੀਂ ਉੱਥੇ ਵੀ ਜਦੋਂ ਨੋਰਮਲ ਦਰਦ ਹੁੰਦੀ ਫਿਰ ਅਸੀਂ ਉੱਥੇ ਲਾਗੇ ਬੰਨੇ ਦੁਕਾਨਾਂ 'ਤੇ ਅਸੀਂ ਦਵਾਈ ਦਵੂਈ ਲੈਂਦੇ ਰਹੇ। ਅਤੇ ਜਦੋਂ ਫਿਰ ਇਹਦੇ ਯਕਦਮ ਪੀੜ ਹੋਣ ਡੈ ਪਈ, ਅਤੇ ਫਿਰ ਅਸੀਂ ਇੱਥੇ ਤਰਨਤਾਰਨ ਲੈ ਕੇ ਆਏ। ਅਤੇ ਇੱਥੇ ਫਿਰ 4-5 ਦਿਨ ਤੜਫਦੀ ਰਹੀ ਆ, ਅਤੇ ਬਾਅਦ 'ਚ ਹੌਲੀ ਹੌਲੀ ਆਰਾਮ ਆਇਆ। ਅਤੇ ਫਿਰ ਅਸੀਂ ਇੱਦਾਂ ਕਰਕੇ ਅਲਟਰਾਸਾਊਂਡ ਕਰਾਈ ਆ, ਅਤੇ ਉਹਦੇ ਵਿੱਚ ਡਾਕਟਰ ਨੂੰ ਦਿਖਾਇਆ, ਅਤੇ ਉਹਨਾਂ ਨੇ ਕਿਹਾ ਵੀ ਇਹਦਾ ਇਲਾਜ ਕਰਾਓ ਜਲਦੀ ਤੋਂ ਜਲਦੀ। ਭਾਜੀ, ਵੈਸੇ ਕੰਮ ਕੀ ਕਰਦੇ ਜੇ ਤੁਸੀਂ? ਕਿਉਂਕਿ ਹੁਣ ਇੱਥੇ ਰਹਿ ਕੇ ਚਲੋ ਪਿੱਛੇ ਦੇ ਕੋਈ ਕਰਦੇ, ਇੱਥੇ ਆਣ ਕੇ ਹੁਣ ਕੀ ਕੰਮ ਕਰ ਰਹੇ? ਭਾਈ ਉਹ ਭੱਠੇ ਦੇ ਕੰਮ ਇੱਕੋ ਕੰਮ ਆਉਂਦਾ ਆਪਾਂ ਨੂੰ, ਅਤੇ ਜਿਹੜਾ ਤੁਹਾਨੂੰ ਪਤਾ ਕੰਮ ਹੱਥੀ ਚੜਿਆ ਹੋਵੇ ਉਹੀ ਕਰਨਾ ਪੈਂਦਾ, ਅਤੇ ਉਹਦਾ ਕਰਕੇ ਫਿਰ ਲੇਟ ਸ਼ੇਡ ਹੋ ਜਾਂਦਾ। ਇਹਦਾ ਕਰਕੇ ਫਿਰ ਇੱਥੇ ਵੀ ਇਕੱਲੇ ਘਰ ਰਹਿੰਦੇ ਆ, ਅਤੇ ਉੱਥੇ ਵੀ ਸਾਡਾ ਘਰ ਵੀ ਬਾਜ਼ਾਰ 'ਚੋਂ ਕਾਫੀ ਦੂਰ ਆ, ਇਕੱਲਾ ਘਰ ਆ, ਅਤੇ ਤਾਂ ਕਰਕੇ ਫਿਰ ਦੋ ਭਰਾ ਡੈਥ ਹੋ ਗਈ ਆ। ਇੱਕ ਦੀ ਡੈਥ ਹੋ ਗਈ। ਅਸੀਂ ਦੋਨੋਂ ਭੈਣਾਂ ਇੱਕੇ ਘਰੇ ਵਿਆਹੀਆਂ ਸੀ। ਹਾਂਜੀ, ਉਹਨਾਂ ਦੇ ਵੀ ਬੱਚੇ ਛੋਟੇ ਛੋਟੇ ਆ 2, ਉਹਨਾਂ ਨੂੰ ਵੀ ਫਿਰ ਆਪ ਹੀ ਦੇਖਣਾ ਪੈਂਦਾ। ਭੈਣ ਮੇਰੇ ਕੰਮ ਕਰਦੇ, ਉਹ ਵੀ ਕੰਮ 'ਤੇ ਲੱਗੇ ਆ। ਹਾਂਜੀ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਭੈਣ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਇਹਨਾਂ ਦੀ ਵੱਡੀ ਸਿਸਟਰ ਸੀ ਤੇ ਇਹਨਾਂ ਦਾ ਇੱਕੇ ਹੀ ਘਰ ਦੇ ਵਿੱਚ ਜਿਹੜਾ ਸੀ ਉਹ ਵਿਆਹ ਹੋਇਆ ਸੀ। ਸੋ ਇੱਕੇ ਘਰ ਹੀ ਵਿਆਹੀਆਂ ਸਨ, ਅਤੇ ਜਿਹੜੇ ਦੂਸਰੇ ਭਾਜੀ ਉਹਨਾਂ ਦੇ ਜਿਹੜੇ ਬ੍ਰਦਰ ਸੀ ਉਹ ਵੀ ਪੂਰੇ ਹੋ ਗਏ ਸਨ। ਸੋ ਉਹਨਾਂ ਦੀ ਫਿਰ ਦੇਖਭਾਲ ਹੁਣ ਭੈਣ ਜੀ ਹੁਣੀ ਕਰਦੇ ਕਿ ਜਾਂ ਤੁਹਾਨੂੰ ਇੱਥੋਂ ਜਾਣਾ ਪੈਂਦਾ ਹੈ? ਨਹੀਂ, ਉਹ ਐਂ ਕਰ ਦਿੰਦੇ ਆ। ਹਾਂਜੀ, ਉਹ ਵੀ ਫਿਰ ਇੱਥੇ ਨਾਲ ਹੀ ਰਹਿੰਦੀ ਆ, ਉਹ ਵੀ ਫਿਰ ਉੱਥੇ ਇਕੱਲੀ ਨਹੀਂ ਰਹਿ ਸਕਦੀ, ਅਤੇ ਤਾਂ ਕਰਕੇ ਫਿਰ ਠੀਕ ਹੈ। ਹਾਂਜੀ, ਅਤੇ ਬਾਕੀ ਇੱਥੋਂ ਦਾ ਖਰਚਾ ਚੁੱਕਣ ਡੇ ਆ, ਚਲੋ ਜੋ ਮਹਾਰਾਜ ਦੀ ਮਰਜ਼ੀ, ਤਾਂ ਕਰਕੇ। ਮਤਲਬ ਕਿੰਨਾ ਕੁ ਮਤਲਬ ਮਹੀਨੇ ਦਾ ਕਮਾ ਲੈਂਦੇ ਜਾਂ ਜਿੱਦਾਂ ਦਿਹਾੜੀ ਦੇ ਜਾਂ ਠੇਕੇ ਦੇ ਨਾਲ ਹੁੰਦਾ ਇਹ ਕੰਮ? ਇਹ ਆਪਣਾ ਦਿਹਾੜੀ ਵਾਲਾ ਹਿਸਾਬ ਹੈ ਜੀ। 400 ਰੁਪਇਆ ਦਿਹਾੜੀ ਬਣਦੀ ਆ, ਅਤੇ ਉਹਦੇ ਵਿੱਚ ਸਾਰੇ ਖਰਚੇ ਚਲਾਉਣੇ ਪੈਂਦੇ ਆ। ਹਾਂਜੀ, ਮਤਲਬ ਪੂਰੀਆਂ ਦਿਹਾੜੀ ਮਹੀਨੇ ਦੀ ਲੱਗ ਜਾਂਦੀ ਕਿ ਜਾਂ ਵਿੱਚੋਂ ਟੁੱਟ ਵੀ ਜਾਂਦੀਆਂ? ਕਈ ਵਾਰੀ ਇੱਦਾਂ ਹੁੰਦਾ ਵਾ ਵੀ ਕਈ ਵਾਰੀ ਦਿਨ ਦੇ ਵਿੱਚ ਜਿਹੜੀਆਂ ਮਹੀਨੇ ਦੇ ਵਿੱਚ 20 ਦਿਹਾੜੀਆਂ ਲੱਗਦੀਆਂ, ਜਿਵੇਂ ਬਾਰਿਸ਼ ਆ ਜਾਂਦੀ ਹੈ ਜਾਂ ਹੋਰ ਵੀ ਕਈ ਵਾਰੀ ਸਾਨੂੰ ਪ੍ਰੋਬਲਮਾਂ ਪੈ ਜਾਂਦੀਆਂ ਤੇ ਕਰਕੇ ਛੁੱਟੀ, ਕਿ ਜਾਂ ਪੂਰਾ ਮਹੀਨਾ ਚੱਲ ਹੀ ਜਾਂਦਾ? ਨਹੀਂ, ਉਹ ਫਿਰ ਛੁੱਟੀ ਕਰਨੀ ਪੈਂਦੀ। ਕਿਸੇ ਵੇਲੇ 100 ਮਜਬੂਰੀ ਹੋ ਜਾਂਦੀ ਘਰੇ, ਅਤੇ ਕਿਸੇ ਵੇਲੇ ਬਾਰਿਸ਼ਾਂ ਦਾ ਕਰਕੇ ਫਿਰ ਇਹ ਟੁੱਟਦਾ ਕਰਕੇ ਗਿੱਲੀ ਹੋਣ ਦਾ ਕਰਕੇ ਛੁੱਟੀਆਂ ਹੋ ਹੀ ਜਾਂਦੀਆਂ। ਹਾਂਜੀ, ਆਪਾਂ ਗੱਲ ਕਰੀਏ ਤਾਂ ਮਹੀਨੇ 'ਚ ਮਤਲਬ 20 ਕੁ ਦਿਨ ਸਾਰਾ ਕੰਮ ਹੁੰਦਾ ਹੋਣਾ। ਹਾਂਜੀ। ਸੋ ਸੰਗਤ ਜੀ, ਤੁਸੀਂ ਸਮਝ ਹੀ ਸਕਦੇ, ਜਿਵੇਂ ਵੀਰ ਜੀ ਹੁਣੀ ਕਹਿ ਰਹੇ ਕਿ 400 ਰੁਪਈਆ ਦਿਹਾੜੀ ਬਣ ਜਾਂਦੀ ਆ, ਮਹੀਨੇ ਦਾ 12,000। ਜੇ ਆਪਾਂ ਗੱਲ ਕਰੀਏ ਕਈ ਵਾਰੀ 20 ਦਿਨ ਜਾਂ 25 ਦਿਨ ਮਸਾਂ ਲੱਗਦੇ ਹੋਣੇ ਆ, 7-8 ਹਜ਼ਾਰ ਰੁਪਈਆ ਬਣਦਾ। ਸੋ ਫਿਰ ਸੰਗਤ ਜੀ ਤੁਸੀਂ ਸਮਝ ਸਕਦੇ ਇਹਨਾਂ ਦੇ ਕੀ ਨਾਲ ਲਈਦਾ ਵਾ ਕਿ ਸੱਸ ਮਾਤਾ ਜੀ ਹੁਣੀ ਵੀ ਇਹਨਾਂ ਦੇ ਕੋਲ, ਫਿਰ ਭਰਜਾਈ ਵੀ, ਤੇ ਉਹਨਾਂ ਦੇ ਵੀ ਬੱਚੇ ਹੋਣੇ ਨੇ। ਸਾਰੀ ਸੰਗਤ ਜੀ ਸਮਝ ਹੀ ਸਕਦੇ ਜੇ ਕਿ ਜਿਹੜਾ ਪਰਿਵਾਰ ਇਸ ਸਮੇਂ ਫਿਰ ਕਹਿ ਸਕਦੇ ਹਾਂ ਕਿ 3 ਪਰਿਵਾਰਾਂ ਦੀ ਜ਼ਿੰਮੇਵਾਰੀ ਤੁਹਾਡੇ 'ਤੇ। ਹਾਂਜੀ ਸਰ, 3 ਪਰਿਵਾਰ
ਉਹਨਾਂ ਦੀ ਦੇਖਭਾਲ ਕਰਦੇ ਆ ਜਿੱਥੋਂ ਤੱਕ ਹੁੰਦੀ ਆ। ਹਾਂਜੀ। ਸੋ ਸੰਗਤ ਜੀ ਸਮਝ ਹੀ ਸਕਦੇ ਜੇ ਕਿ ਅੱਜ ਮਹਿੰਗਾਈ ਦਾ ਇੰਨਾ ਵੱਡਾ ਦੌਰ ਜਿੱਥੇ ਚੱਲ ਰਿਹਾ ਹੈ, ਹਰ ਬੰਦੇ ਨੂੰ ਜਿਹੜਾ ਵਾ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਬਹੁਤ ਔਖੀ ਹੈ। ਘਰਾਂ ਦੇ ਖਰਚੇ ਇੰਨੇ ਵੱਧ ਜਾਂਦੇ, ਫਿਰ 3 ਪਰਿਵਾਰ ਸੰਗਤ ਜੀ ਸਮਝ ਸਕਦੇ ਕਿ ਉਹਨਾਂ ਦੀ ਜ਼ਿੰਮੇਵਾਰੀ, ਹਾਲਾਂਕਿ ਭਾਵੇਂ ਨਾਲ ਵੀ ਭੈਣ ਜੀ ਹੁਣੀ ਵੀ ਕੋਈ ਕੰਮ ਕਰਦੇ ਨੇ ਕਿ ਜਾਂ ਨਹੀਂ? ਨਹੀਂ, ਇਹ ਨਹੀਂ ਕਰਦੇ ਕੰਮ। ਹਾਂਜੀ। ਸੋ ਸੰਗਤ ਜੀ ਮਤਲਬ ਘਰ ਦਾ ਫਿਰ ਸਾਰਾ ਖਰਚਾ ਇਹਨਾਂ ਦੇ ਹੀ ਆ ਕਿ ਜੇ ਆਪਾਂ ਗੱਲ ਕਰੀਏ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਵਾ ਕਿ ਚਲੋ ਘਰ ਦੇ ਵਿੱਚ ਹੋਰ ਵੀ ਨਾਲ ਜਿਹੜੇ ਜੀਅ ਹੁੰਦੇ ਨੇ ਉਹ ਸਾਡਾ ਸਾਥ ਦਿੰਦੇ ਨੇ, ਪਰ ਸੰਗਤ ਜੀ ਤੁਹਾਨੂੰ ਪਤਾ ਹੈ ਕਿਉਂਕਿ ਬੱਚੇ ਵੀ ਛੋਟੇ ਨੇ, ਜਿਹੜਾ ਇਹਨਾਂ ਦਾ ਵੀਰ ਪੂਰਾ ਹੋ ਗਿਆ ਹੈ, ਉਹਨਾਂ ਦੇ ਵੀ ਬੱਚੇ ਨੇ, ਫਿਰ ਉਹਨਾਂ ਨੂੰ ਵੀ ਸਾਂਭ ਸੰਭਾਲ ਕਰਨੀ ਕਿਉਂਕਿ ਛੋਟੇ ਨੇ, ਦੇਖਭਾਲ ਕਰਨੀ ਵੀ ਬਣਦੀ ਹੈ। ਸੋ ਉਸੇ ਤਹਿਤ ਹੋ ਸਕਦਾ ਘਰ ਦੇ ਵਿੱਚ ਵੀ ਇੱਕ ਜਾਣੇ ਨੂੰ ਮੇਰੇ ਹਿਸਾਬ ਨਾਲ ਤੇ ਪੱਕਾ ਰਹਿਣਾ ਪੈਂਦਾ ਹੋਵੇਗਾ। ਸੋ ਤਾਂ ਕਰਕੇ ਭਾਜੀ ਉਹਨਾਂ ਦੀ ਆਮਦਨ ਵੀ ਤੁਹਾਡੇ ਨਾਲ ਜਿਹੜੀ ਹੈ ਉਹ ਸਾਂਝੀ ਕਰ ਦਿੱਤੀ ਹੈ ਸੰਗਤ ਜੀ, ਕਿ ਮਹੀਨੇ ਦਾ 12,000 ਰੁਪਈਆ, ਫਿਰ 3 ਪਰਿਵਾਰ ਨੇ, ਉਹਨਾਂ ਦੀਆਂ ਜ਼ਿੰਮੇਵਾਰੀਆਂ, ਕਈ ਵਾਰੀ ਕੋਈ ਬਿਮਾਰੀ ਸ਼ਮਾਰੀ ਵੀ ਪੈ ਜਾਂਦੀ ਹੈ ਜਾਂ ਹੋਰ ਖਰਚੇ ਵੀ ਹੋ ਜਾਂਦੇ ਨੇ। ਸੋ ਸੰਗਤ ਜੀ ਇਸੇ ਕਰਕੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਨੇ ਪਿੰਡ ਛੇਕ ਚੱਕ ਪਹੁੰਚ ਕਰਕੇ ਤੇ ਇਹਨਾਂ ਦੀ ਜਿਹੜੀ ਸਾਂਝ ਹੈ ਉਹ ਆਪ ਸਭ ਸੰਗਤਾਂ ਦੇ ਨਾਲ ਤਾਂ ਹੀ ਕਰਕੇ ਪਾਈ ਕਿ ਪਰਿਵਾਰ ਸੱਚੀ ਲੋੜਵੰਦ ਹੈ। ਤੇ ਸੰਗਤ ਜੀ ਆਪ ਸਭ ਸੰਗਤਾਂ ਦੇ ਸਾਥ ਦੀ ਹੁਣ ਲੋੜ ਹੈ। ਜਿਵੇਂ ਮਾਤਾ ਜੀ ਉਹਨਾਂ ਨੂੰ ਪਿਛਲੇ ਕਾਫੀ ਲੰਮੇ ਸਮੇਂ ਤੋਂ, ਇੱਕ ਤੇ ਸੰਗਤ ਜੀ ਤੁਹਾਨੂੰ ਪਤਾ ਹੈ ਕਿ ਇੱਕ ਬੇਟਾ ਸੀ ਇੱਕੋ ਇੱਕ, ਉਹ ਪੂਰਾ ਹੋ ਗਿਆ, ਉਸ ਕਰਕੇ ਵੀ ਕਾਫੀ ਮਾਤਾ ਜੀ ਉਹਨਾਂ ਨੂੰ ਜਿਹੜਾ ਉਹ ਧੱਕਾ ਲੱਗਾ। ਸੋ ਸਰੀਰਕ ਤੌਰ ਦੇ ਨਾਲ ਨਾਲ ਉਹ ਮਾਨਸਿਕ ਤੌਰ 'ਤੇ ਵੀ ਕਾਫੀ ਜਿਹੜਾ ਸੀ ਉਹ ਡਿੱਗ ਗਏ ਸਨ। ਸੋ ਉਸੇ ਤਹਿਤ ਲੰਮੇ ਸਮੇਂ ਤੋਂ ਉਹਨਾਂ ਦੇ ਵੀ ਸਰੀਰ 'ਤੇ ਸਵੈਲਿੰਗ ਹੋਣ ਲੱਗ ਪਈ ਸੀ, ਲੱਤਾਂ ਬਾਹਾਂ ਜਿਹੜੀਆਂ ਰੁੱਦੀਆਂ ਸੀ, ਜਾਂ ਡਾਕਟਰ ਸਾਹਿਬ ਉਹਨਾਂ ਨੇ ਜਿਹੜੇ ਰੂਟੀਨ ਦੇ ਟੈਸਟ ਕਹੇ ਸੀ ਉਹਦੇ ਮੁਤਾਬਕ ਮਾਤਾ ਜੀ ਉਹਨਾਂ ਨੂੰ ਜਿਹੜਾ ਸੀ ਉਹ ਟਾਈਫਾਇਡ ਆਇਆ ਸੀ। ਸੋ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਟੀਮ ਵੱਲੋਂ ਮਾਤਾ ਜੀ ਉਹਨਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਜਿਹੜਾ ਵਾ ਐਡਮਿਟ ਕਰਵਾਇਆ ਗਿਆ ਸੀ, ਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਚੱਲਿਆ ਤੇ ਛੁੱਟੀ ਉਹਨਾਂ ਨੂੰ ਮਿਲ ਗਈ ਸੀ। ਹੁਣ ਉਹਨਾਂ ਦੀ ਦਵਾਈ ਜਿਹੜੀ ਉਹ ਚੱਲ ਰਹੀ ਹੈ। ਸੋ ਸੰਗਤ ਜੀ ਉਹ ਸਾਰਾ ਹੀ ਖਰਚਾ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਨੇਪਰੇ ਚੜ੍ਹਿਆ ਹੈ। ਮੈਂ ਤੁਹਾਡੇ ਨਾਲ ਸਾਂਝ ਪਾ ਰਿਹਾ ਸੀ ਭੈਣ ਵੀਨਾ ਉਹਨਾਂ ਦੀ, ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ, ਤੇ ਮਾਤਾ ਜੀ ਵੀ ਸਾਡੇ ਕੋਲ ਪਹੁੰਚ ਚੁੱਕੇ ਨੇ। ਇਹ ਮਾਤਾ ਜੀ ਹੁਣੀ ਭੈਣ ਵੀਨਾ ਜੀ ਦੇ ਨੇ, ਤੇ ਆਓ ਸੰਗਤ ਜੀ ਆਪ ਜੀ ਦੇ ਨਾਲ ਵੀ ਸਾਂਝ ਪਾਉਣਾ। ਸਭ ਤੋਂ ਪਹਿਲਾਂ ਤੇ ਮਾਤਾ ਜੀ ਇਹ ਦੱਸੋ ਕੀ ਹਾਲ ਹੈ ਹੁਣ ਤੁਹਾਡਾ? ਹਾਂਜੀ ਠੀਕ ਹੈ, ਠੀਕ ਹੋਏ। ਜਿਵੇਂ ਅੱਗੇ ਮਾਤਾ ਜੀ ਕਹਿ ਰਹੇ ਸੀ ਹੁੰਦੇ ਸੀ ਕਿ ਜਦੋਂ ਆਪ ਜੀ ਦੇ ਕੋਲ ਅਸੀਂ ਆਏ ਸੀ ਕਿ ਜਿਵੇਂ ਲੱਤਾਂ ਵੀ ਪੀੜ ਹੁੰਦੀਆਂ ਨੇ, ਬੁਖਾਰ ਵੀ ਰਹਿੰਦਾ ਏ, ਤੇ ਮੂੰਹ ਦੇ ਉੱਪਰ ਸੋਜ ਵੀ ਕਾਫੀ ਸੀ, ਮਤਲਬ ਉਹਨਾਂ ਚੀਜ਼ਾਂ ਦਾ ਹੁਣ ਕੁਝ ਫਰਕ ਪਿਆ ਕਿ ਨਹੀਂ ਪਿਆ? ਹਾਂਜੀ ਹਾਂਜੀ ਪਿਆ ਫਰਕ, ਪਿਆ ਵਾ ਫਰਕ। ਹੁਣ ਥੋੜਾ ਥੋੜਾ ਹੋਰ ਪਊਗਾ, ਦਵਾਈ ਖਾਂਦੇ ਆ ਸਰ। ਹਾਂਜੀ ਪੈ ਗਿਆ ਫਰਕ, ਅੱਗੇ ਨਾਲੋਂ ਤੇ ਕਾਫੀ ਫਰਕ ਆ। ਕੁਛ ਹੋਰ ਵੀ ਚਲੋ ਭਾਜੋ ਦਿਹਾੜੀ ਡੰਗ ਨੂੰ। ਹਾਂਜੀ ਹਾਂਜੀ ਕੰਮ ਧੰਦਾ ਕਰਾਂਗੇ ਤੇ ਹੋਰ ਪਊਗਾ, ਪਤਾ ਲੱਗੂ ਸਰੀਰ ਦਾ, ਤੁਰਦਿਆਂ ਫਿਰਦੇ ਹੀ ਪਤਾ ਲੱਗਣਾ। ਹਾਂਜੀ ਠੀਕ ਹੈ। ਸੋ ਮਾਤਾ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਕਾਫੀ ਉਹਨਾਂ ਨੂੰ ਇੰਪਰੂਵਮੈਂਟ ਅੱਗੇ ਨਾਲੋਂ ਆਈ ਹੈ ਉਹਨਾਂ ਦੀ ਸਿਹਤ ਦੇ ਵਿੱਚ ਜਿਹੜਾ ਵਾ। ਜਿਵੇਂ ਕਿ ਮਾਤਾ ਜੀ ਹੁਣੀ ਪਹਿਲੀ ਵੀਡੀਓ ਦੇ ਵਿੱਚ ਦੱਸ ਰਹੇ ਸੀ ਕਿ ਆਹ ਪ੍ਰੋਬਲਮ ਹੁਣ ਅੱਗੇ ਨਾਲੋਂ ਕਾਫੀ। ਬਾਕੀ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਕਿ ਹੌਲੀ ਹੌਲੀ ਜਿਹੜਾ ਵਾ ਕਿ ਸਰੀਰ ਜਿਹੜਾ ਵਾ ਪਹਿਲਾਂ ਵਰਗਾ ਹੁੰਦਾ ਹੈ। ਜੇ ਆਪਾਂ ਗੱਲ ਕਰੀਏ ਮਾਤਾ ਜੀ ਤਾਂ ਰੁਪਈਏ ਦੇ ਵਿੱਚੋਂ ਚਵਾਨੀ ਕੁ ਫਾਇਦਾ ਹੋ ਗਿਆ ਵਾ। ਹਾਂ ਵੀ ਚਵਾਨੀ ਕੁ ਸੰਗਤ ਜੀ ਜਿਹੜਾ ਉਹ ਫਾਇਦਾ ਹੋ ਗਿਆ ਵਾ, 25 ਕੁ ਪੈਸੇ ਜਿਹੜਾ, ਤੇ ਬਾਕੀ ਜਿਹੜਾ ਵਾ ਹੌਲੀ ਹੌਲੀ ਮੈਡੀਸਨ ਜਿਵੇਂ ਜਿਵੇਂ ਮਾਤਾ ਜੀ ਹੁਣੀ ਖਾਣਗੇ ਤੇ ਉਵੇਂ ਉਵੇਂ ਫਰਕ ਪੈ ਜਾਏਗਾ। ਸੋ ਮਾਤਾ ਜੀ ਆਪ ਜੀ ਦਾ ਚਲੋ ਸੰਗਤਾਂ ਵੱਲੋਂ ਟ੍ਰੀਟਮੈਂਟ ਜਿਹੜਾ ਸ਼ੁਰੂ ਹੋ ਗਿਆ ਹੈ, ਤੇ ਅੱਜ ਅਸੀਂ ਫੇਰ ਤੁਹਾਡੇ ਘਰੇ ਪਹੁੰਚ ਕੀਤੀ ਹੈ ਭੈਣ ਵੀਨਾ ਜੀ ਹੁਣਾਂ ਦੇ ਲਈ। ਤੇ ਮੈਂ ਚਾਹੁੰਦਾ ਜ਼ਰੂਰ ਆਪ ਵੀ ਸੰਗਤ ਨੂੰ ਜੇ ਕੋਈ ਆਪਣੀ ਬੇਟੀ ਲਈ ਬੇਨਤੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰ ਸਕਦੇ, ਕਿਉਂਕਿ ਹੁਣ ਇਹਨਾਂ ਦਾ ਵੀ ਇਲਾਜ ਸੰਗਤਾਂ ਹੀ ਕਰਵਾ ਸਕਦੀਆਂ ਨੇ। ਅਸੀਂ ਤੇ ਇਹੋ ਚਲੋ ਜਿਸ ਤਰ੍ਹਾਂ ਮੇਰਾ ਇਲਾਜ ਹੋਇਆ ਤਾਂ ਗੁੜੀਆ ਦਾ ਹੋ ਜੇ, ਆਪਣੇ ਘਰ ਬੱਚਿਆਂ ਦੇ ਵਿੱਚ ਨਵੀਂ ਨਰਈ ਰਵੇ। ਇਹੋ ਹੀ ਆ ਸੰਗਤ ਗਾੜੀ ਬੇਨਤੀ, ਚਲੋ ਜਿੰਨਾ ਹੀ ਵੱਧ ਚੜ ਕੇ ਇਲਾਜ ਕਰਵਾਉਣ ਲਈ ਫਾਇਦਾ ਉਠਾਉਂਦੇ ਓਨਾ ਹੀ ਵਧੀਆ ਵਾ, ਬਹੁਤ ਜ਼ਿਆਦਾ ਹੀ। ਹਾਂਜੀ ਸੋ ਸੰਗਤ ਜੀ ਆਪ ਜੀ ਦੇ ਨਾਲ ਜਿਹੜਾ ਵਾ ਮਾਤਾ ਜੀ ਉਹਨਾਂ ਨੇ ਚਲੋ ਆਪਣਾ ਦੇ ਤਜਰਬਾ ਜਿਹੜਾ ਸਾਂਝਾ ਕੀਤਾ ਹੈ ਕਿ ਹੌਸਪੀਟਲ ਆਉਣ ਤੋਂ ਬਾਅਦ ਉਹਨਾਂ ਨੂੰ ਕੀ ਫਾਇਦਾ ਹੋਇਆ ਹੈ। ਪਰ ਉੱਥੇ ਇਹ ਭੈਣ ਵੀਨਾ ਲਈ ਵੀ ਉਹਨਾਂ ਨੇ ਬੇਨਤੀ ਕੀਤੀ ਹੈ। ਬਿਲਕੁਲ ਸਹੀ ਗੱਲ ਮਾਤਾ ਜੀ ਉਹਨਾਂ ਨੇ ਕਹੀ ਕਿ ਜੇ ਬੱਚੇ ਤੰਦਰੁਸਤ ਹੋਣ ਤਾਂ ਮਾਪੇ ਆਪਣੇ ਆਪ ਹੀ ਤੰਦਰੁਸਤ ਹੋ ਜਾਂਦੇ ਨੇ। ਸੋ ਇਹੀ ਬੇਨਤੀ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਕਰਦੇ ਨੇ ਕਿ ਜ਼ਰੂਰ
ਜਿਵੇਂ ਮੇਰਾ ਸਹਿਯੋਗ ਕੀਤਾ ਹੈ ਕਿ ਹੁਣ ਜਿਵੇਂ ਠੀਕ ਹੋ ਜਾਵੇਗੀ ਹੋ ਗਏ, ਜਿਵੇਂ ਮਾਤਾ ਜੀ ਹੁਣੀ ਠੀਕ ਅੱਗੇ ਨਾਲੋਂ ਕਾਫੀ ਹੋ ਗਏ ਨੇ, ਤੇ ਚਲੋ ਜਿਹੜੀ ਰਹਿੰਦੀ ਜ਼ਿੰਦਗੀ ਇਹ ਨਾਲ ਰਲ ਮਿਲ ਕੇ ਆਪਣੇ ਪਰਿਵਾਰ ਦੇ ਹੰਡਾਉਣ ਜੋਗੇ ਹੋ ਜਾਣਗੇ। ਸੋ ਇਸੇ ਕਰਕੇ ਭੈਣ ਜੀ ਹੁਣਾਂ ਲਈ ਵੀ ਉਹ ਬੇਨਤੀ ਕਰਦੇ ਨੇ ਕਿ ਜ਼ਰੂਰ ਜਿਵੇਂ ਮੇਰਾ ਸਾਥ ਦਿੱਤਾ ਹੈ ਸੰਗਤ ਜੀ, ਇਵੇਂ ਹੀ ਆਪ ਮੇਰੀ ਬੇਟੀ ਦਾ ਵੀ ਸਾਥ ਦਿਓ ਤਾਂ ਜੋ ਠੀਕ ਹੋ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਸੁਚੱਜੇ ਢੰਗ ਦੇ ਨਾਲ ਚਲਾ ਸਕਣ। ਭਾਜੀ ਮੈਂ ਚਾਹੁੰਦਾ ਤੁਸੀਂ ਵੀ ਕੁਛ ਸੰਗਤ ਨੂੰ ਜੇ ਬੇਨਤੀ ਕਰਨਾ ਚਾਹੁੰਦੇ ਹੋ, ਕਿਉਂਕਿ ਜੀਵਨ ਸਾਥੀ ਦਾ ਜ਼ਿੰਦਗੀ ਦੇ ਵਿੱਚ ਬੜਾ ਅਹਿਮ ਰੋਲ ਹੁੰਦਾ ਹੈ। ਜਦੋਂ ਕਿਤੇ ਦਰਦ ਛਿੜਦੀ ਹੋਵੇ ਕਿਤੇ ਨਾ ਕਿਤੇ ਤੇ ਵੇਖ ਕੇ ਆਪ ਨੂੰ ਵੀ ਮਨ ਦੇ ਵਿੱਚ ਆਉਂਦਾ ਹੋਵੇਗਾ। ਸੋ ਉਹਦਾ ਇੱਕੋ ਇੱਕ ਹੱਲ ਆਪ ਜੀ ਨੂੰ ਵੀ ਡਾਕਟਰ ਸਾਹਿਬ ਹੁਣਾਂ ਨੇ ਦੱਸਿਆ ਹੈ ਕਿ ਉਹ ਪ੍ਰੇਟ ਹੀ ਆ। ਤੇ ਜੇ ਆਪ ਜੀ ਵੀ ਕੁਝ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਹੋ ਆਪਣੀ ਪਤਨੀ ਦੀ ਇਲਾਜ ਲਈ, ਤਾਂ ਜ਼ਰੂਰ ਸੰਗਤ ਨਾਲ ਕੁਛ ਸਾਂਝੀ ਕਰ ਸਕਦੇ। ਮੈਂ ਇਹੀ ਕਹਿਣਾ ਚਾਹੁੰਦਾ, ਬਹੁਤ ਬਹੁਤ ਮਿਹਰਬਾਨੀ ਹੋਵੇਗੀ, ਕਿਉਂਕਿ ਮੇਰੇ ਲਈ ਤਾਂ ਇਹੀ ਸਾਰਾ ਕੁਛ ਆ, ਮੇਰਾ ਅੱਗਾ ਪਿੱਛਾ ਜੋ ਵੀ ਆ। ਬਾਕੀ ਤੁਹਾਨੂੰ ਪਤਾ ਬੱਚਿਆਂ ਦੇ ਵਿੱਚ ਮਾਂ ਹੋਵੇ ਤੇ ਬਹੁਤ ਗੱਲ ਹੋ ਜਾਂਦੀ ਆ। ਬਿਲਕੁਲ ਹਾਂਜੀ, ਤੇ ਬਾਕੀ ਇਹੋ ਬੇਨਤੀ ਆ, ਇਲਾਜ ਇਹਦਾ ਕਰਵਾ ਦਿਓ। ਸੋ ਸੰਗਤ ਜੀ ਭਾਜੀ ਉਹਨਾਂ ਬੜੀ ਵੱਡੀ ਗੱਲ ਕਹੀ ਹੈ ਕਿ ਮੇਰਾ ਤੇ ਸਭ ਕੁਝ ਇਹੀ ਆ। ਬਿਲਕੁਲ ਸੰਗਤ ਜੀ, ਕਿਉਂਕਿ ਇੱਕ ਜੀਵਨ ਸਾਥੀ ਜਿਹੜਾ ਹੁੰਦਾ ਹੈ, ਜ਼ਿੰਦਗੀ ਬੜੀ ਲੰਮੀ ਹੈ, ਇਹਦੇ ਵਿੱਚ ਉਤਰਾਅ ਚੜਾਅ ਵੀ ਬਹੁਤ ਨੇ, ਪਰ ਜੇ ਸਾਥ ਦੇਣ ਵਾਲਾ ਜੀਵਨ ਸਾਥੀ ਚੰਗਾ ਹੋਵੇ ਤਾਂ ਉਹ ਜ਼ਿੰਦਗੀ ਜਿਹੜੀ ਹੈ ਉਹ ਫਿਰ ਕੰਡਿਆਂ ਦੀਆਂ ਸੂਲਾਂ 'ਤੇ ਨਹੀਂ, ਫੁੱਲਾਂ ਦੀ ਸੇਜ ਦੇ ਉੱਪਰ ਜਿਹੜੀ ਉਹ ਬਤੀਤ ਹੁੰਦੀ ਹੈ। ਸੋ ਉਸੇ ਹੀ ਤਹਿਤ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਭਾਜੀ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਜ਼ਰੂਰ ਸੰਗਤ ਜੀ ਵੱਧ ਚੜ੍ਹ ਕੇ ਸਾਡਾ ਸਾਥ ਦਿਓ, ਤਾਂ ਜੋ ਇਹ ਵੀ ਆਪਣੇ ਬੱਚਿਆਂ ਦੇ ਵਿੱਚ ਤੰਦਰੁਸਤ ਹੋ ਕੇ ਤੇ ਉਹਨਾਂ ਦੀ ਦੇਖਭਾਲ ਕਰ ਸਕਣ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ ਦੇ ਵਿੱਚ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਹੱਥ ਬੰਨ੍ਹ ਕੇ ਹੀ ਬੇਨਤੀ ਕਰਦੀ ਹੈ ਕਿ ਜਿੱਥੇ ਸੰਗਤ ਜੀ ਹੁਣ ਤੱਕ ਜਿੰਨੇ ਵੀ ਮਰੀਜ਼ ਆਪ ਜੀ ਦੀ ਝੋਲੀ ਵਿੱਚ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਨੇ ਪਾਏ ਨੇ, ਤੇ ਆਪ ਸਭ ਸੰਗਤਾਂ ਨੇ ਤਰਸ ਕਰਕੇ ਉਹਨਾਂ ਨੂੰ ਤੰਦਰੁਸਤੀ ਦੀ ਜਿਹੜੀ ਉਹ ਦਾਤ ਬਖਸ਼ੀ। ਤੇ ਅੱਜ ਅਸੀਂ ਆਪ ਜੀ ਦੀ ਝੋਲੀ ਵਿੱਚ ਇੱਕ ਹੋਰ ਪਰਿਵਾਰਕ ਮੈਂਬਰ ਪਾਉਣ ਜਾ ਰਹੇ ਹਾਂ, ਭੈਣ ਵੀਨਾ ਕੌਰ। ਤੇ ਆਸ ਕਰਦੇ ਹਾਂ ਕਿ ਜਿੱਥੇ ਹੁਣ ਤੱਕ ਆਪ ਜੀ ਨੇ ਮਰੀਜ਼ਾਂ ਦਾ ਨਾਲ ਸਾਥ ਦਿੱਤਾ ਤੇ ਭੈਣ ਵੀਨਾ ਕੌਰ ਦਾ ਵੀ ਇਵੇਂ ਹੀ ਸਾਥ ਦਿਓਗੇ। ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਸੰਗਤ ਜੀ ਅੱਜ ਅਸੀਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀਆਂ ਸੇਵਾਵਾਂ ਲੈ ਕੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਪਹੁੰਚੇ ਹਾਂ। ਪਿਛਲੇ ਦਿਨੀ ਮੈਂ ਆਪ ਸਭ ਸੰਗਤਾਂ ਦੇ ਨਾਲ ਇੱਕ ਪਰਿਵਾਰਕ ਮੈਂਬਰ ਦੀ ਸਾਂਝ ਪਾਈ ਸੀ, ਭੈਣ ਵੀਨਾ ਕੌਰ। ਸੋ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਭੈਣ ਵੀਨਾ ਕੌਰ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਐਡਮਿਟ ਕਰਵਾ ਦਿੱਤਾ ਗਿਆ ਹੈ। ਤੇ ਇਸ ਵਕਤ ਅਸੀਂ ਫੀਮੇਲ ਵਾਰਡ ਦੇ ਬਾਹਰ ਹੀ ਮੌਜੂਦ ਹਾਂ। ਤੇ ਆਓ ਆਪ ਸਭ ਸੰਗਤਾਂ ਦੀ ਸਾਂਝ ਮੈਂ ਪਰਿਵਾਰਕ ਮੈਂਬਰਾਂ ਨਾਲ ਭੈਣ ਵੀਨਾ ਜੋ ਕਿ ਸ਼ੇਖ ਚੱਕ ਦੇ ਰਹਿਣ ਵਾਲੇ ਸਨ। ਪਿੱਛੇ ਉਹਨਾਂ ਦਾ ਜਿਹੜਾ ਸਹੁਰਾ ਪਰਿਵਾਰ ਉਹ ਗੋਇੰਦਵਾਲ ਸਾਹਿਬ ਰਹਿੰਦਾ ਹੈ, ਪਰ ਇਹਨਾਂ ਦਾ ਇੱਕੋ ਇਕਲੌਤਾ ਜਿਹੜਾ ਸੀ ਭਰਾ ਸੀ, ਜਿਹੜਾ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ, ਜਿਹਦੇ ਕਰਕੇ ਭੈਣ ਵੀਨਾ ਕੌਰ ਅਤੇ ਇਹਨਾਂ ਦੇ ਹਸਬੈਂਡ ਨੂੰ ਪਿੰਡ ਸ਼ੇਖ ਚੱਕ ਹੀ ਆਉਣਾ ਪਿਆ। ਸੋ ਆਪ ਸਭ ਸੰਗਤਾਂ ਦੇ ਨਾਲ ਮੈਂ ਪਹਿਲੀ ਵੀਡੀਓ ਦੇ ਵਿੱਚ ਪਰਿਵਾਰਕ ਸਾਂਝ ਸਾਰੀ ਪਾ ਚੁੱਕਿਆ ਹਾਂ। ਸੋ ਹੁਣ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਪਰਿਵਾਰ ਨੇ ਆਪ ਸਭ ਸੰਗਤਾਂ ਦੇ ਅੱਗੇ ਬੇਨਤੀ ਕੀਤੀ ਸੀ ਕਿ ਸਾਡੀ ਮਦਦ ਕੀਤੀ ਜਾਵੇ। ਸੋ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਵੱਲੋਂ ਭੈਣ ਵੀਨਾ ਕੌਰ ਨੂੰ ਅੱਜ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਐਡਮਿਟ ਕਰਵਾ ਦਿੱਤਾ ਗਿਆ ਹੈ। ਸੋ ਸੰਗਤ ਜੀ ਡਾਕਟਰ ਅਮਰਜੋਤ ਹੁਣਾਂ ਨੂੰ ਭੈਣ ਜੀ ਹੁਣਾਂ ਨੂੰ ਦਿਖਾਇਆ ਗਿਆ ਸੀ। ਸੋ ਡਾਕਟਰ ਸਾਹਿਬ ਹੁਣਾਂ ਨੇ ਐਮਰਜੈਂਸੀ ਦੇ ਵਿੱਚ ਕਿਹਾ ਸੀ ਕਿ ਪਹਿਲੇ ਟਾਈਮ ਹੀ ਆਣ ਕੇ ਤੇ ਭੈਣ ਜੀ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਜਾਵੇ। ਸੋ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਨੇ ਭੈਣ ਵੀਨਾ ਕੌਰ ਨੂੰ ਅੱਜ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਜਿਹੜਾ ਵਾ ਉਹ ਐਡਮਿਟ ਕਰਵਾ ਦਿੱਤਾ ਗਿਆ। ਤੇ ਅੱਜ ਹੀ ਭੈਣ ਜੀ ਉਹਨਾਂ ਦਾ ਜਿਹੜਾ ਵਾ ਆਪਰੇਟ ਹੋ ਜਾਣਾ ਹੈ। ਸੋ ਸੰਗਤ ਜੀ ਇੱਥੇ ਪਰਿਵਾਰਕ ਮੈਂਬਰ ਵੀ ਮੇਰੇ ਕੋਲ ਮੌਜੂਦ ਨੇ। ਮੈਂ ਆਪ ਸਭ ਸੰਗਤਾਂ ਦੀ ਸਾਂਝ ਪਰਿਵਾਰਕ ਮੈਂਬਰਾਂ ਨਾਲ ਵੀ ਕਰਵਾਉਣਾ। ਮੈਂ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨਾਲ ਸਾਂਝ ਪਵਾਈ ਸੀ ਕਿ ਉਹੋ ਹੀ ਪਰਿਵਾਰ ਹੈ, ਮਾਤਾ ਬਲਵੀਰ ਕੌਰ ਜੋ ਕਿ ਸ਼ੇਖ ਚੱਕ ਦੇ ਰਹਿਣ ਵਾਲੇ। ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਉਹਨਾਂ ਨੂੰ ਵੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਜਿਹੜਾ ਸੀ ਉਹ ਐਡਮਿਟ ਕਰਵਾਇਆ ਗਿਆ ਤੇ ਉਹ ਠੀਕ ਹੋ ਕੇ ਆਪਣੇ ਘਰ ਜਿਹੜੇ ਨੇ ਉਹ ਚਲੇ ਗਏ ਸਨ। ਸੋ ਉਹਨਾਂ ਦੀ ਹੀ ਬੇਟੀ ਹੈ ਭੈਣ ਵੀਨਾ, ਕਿਉਂਕਿ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਇਹਨਾਂ ਨੂੰ ਵੀ ਅੱਜ ਦਾਖਲ ਕਰਵਾਇਆ ਗਿਆ ਹੈ। ਸੋ ਆਪ ਸਭ ਸੰਗਤਾਂ ਦੀ ਸਾਂਝ ਮੈਂ ਮਾਤਾ ਜੀ ਹੁਣਾਂ ਨਾਲ ਪਵਾਉਣਾ। ਮਾਤਾ ਜੀ ਅੱਜ ਭੈਣ ਵੀਨਾ ਕੌਰ ਹੁਣਾਂ ਨੂੰ
ਸੰਗਤਾਂ ਵੱਲੋਂ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ। ਮੈਂ ਚਾਹੁੰਦਾ ਤੁਸੀਂ ਵੀ ਕੁਝ ਸੰਗਤ ਨਾਲ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਜ਼ਰੂਰ ਸੰਗਤ ਨਾਲ ਸਾਂਝ ਪਾਓ। ਹਾਂਜੀ, 2 ਮਹੀਨਿਆਂ ਤੋਂ ਬਹੁਤ ਦਰਦ ਹੁੰਦੀ ਇਹਨਾਂ ਦੇ, ਤੇ ਕਹਿ ਕੇ ਚਲੋ ਅੱਜ ਦਾਖਲ ਹੋ ਗਿਆ, ਤੇ ਦਿੱਕਤ ਜ਼ਿਆਦਾ ਹੀ ਇਹਨਾਂ ਨੂੰ। ਜਦ ਮੈਂ ਵੀ ਰਾਜੀ ਹੋਈ ਤੇ ਇਹ ਵੀ ਰਾਜੀ ਹੋ ਜਾਣ, ਚਲੋ ਵਧੀਆ ਗੱਲ। ਸੰਗਤ ਜੀ, ਆਪ ਸਭ ਸੰਗਤਾਂ ਦੇ ਨਾਲ ਸਾਂਝ ਮਾਤਾ ਜੀ ਉਹਨਾਂ ਨੇ ਪਾਈ। ਕਾਫੀ ਦਿੱਕਤ ਸੀ ਭੈਣ ਜੀ ਉਹਨਾਂ ਨੂੰ, ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਜਿਹੜਾ ਸੀ ਭੈਣ ਜੀ ਉਹਨਾਂ ਦੇ ਪਿੱਤੇ ਦੇ ਵਿੱਚ ਸਟੋਨ ਸੀ, ਜਿਹਦੇ ਕਰਕੇ ਕਾਫੀ ਪੇਨ ਇਹਨਾਂ ਨੂੰ ਹੁੰਦੀ ਰਹਿੰਦੀ ਸੀ, ਜਿਹਦੇ ਕਰਕੇ ਕੋਈ ਘਰ ਦਾ ਕੰਮ ਵੀ ਨਹੀਂ ਸੀ ਹੁੰਦਾ। ਸੋ ਇਸੇ ਹੀ ਕਰਕੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਵੱਲੋਂ ਭੈਣ ਵੀਨਾ ਕੌਰ ਉਹਨਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਦਾਖਲ ਕਰਵਾ ਦਿੱਤਾ ਗਿਆ ਹੈ। ਅਤੇ ਹੁਣ ਥੋੜ੍ਹੇ ਕੁ ਸਮੇਂ ਤੱਕ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਭੈਣ ਵੀਨਾ ਕੌਰ ਜੀ ਉਹਨਾਂ ਨੂੰ ਆਪਰੇਸ਼ਨ ਥੀਏਟਰ ਵਿੱਚ ਲੈ ਜਾਣਾ ਹੈ, ਸਟਾਫ ਵੱਲੋਂ ਲਿਜਾਇਆ ਜਾਣਾ ਹੈ। ਸੰਗਤ ਜੀ, ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਭੈਣ ਵੀਨਾ ਕੌਰ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਦਾਖਲ ਕਰਵਾਇਆ ਗਿਆ ਸੀ, ਅਤੇ ਉਹਨਾਂ ਦਾ ਆਪਰੇਸ਼ਨ ਹੋ ਗਿਆ ਹੈ, ਅਤੇ ਉਹਨਾਂ ਨੂੰ ਫਿਰ ਫੀਮੇਲ ਵਾਰਡ ਦੇ ਵਿੱਚ ਜਿਹੜਾ ਉਹ ਸ਼ਿਫਟ ਕਰ ਦਿੱਤਾ ਗਿਆ ਹੈ। ਸੋ ਸੰਗਤ ਜੀ, ਇਹ ਸਾਰੇ ਹੀ ਕਾਰਜ ਜਿਹੜੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਹੋਏ, ਅਤੇ ਮੈਂ ਆਪਰੇਸ਼ਨ ਤੋਂ ਬਾਅਦ ਸਿੱਧੀ ਸਾਂਝ ਆਪ ਜੀ ਦੀ ਭੈਣ ਜੀ ਉਹਨਾਂ ਦੇ ਨਾਲ ਕਰਵਾਉਣਾ ਕਿ ਕੀ ਹਾਲ ਹੈ ਹੁਣ ਉਹਨਾਂ ਦਾ, ਕਿਉਂਕਿ ਇਹ ਸਾਰਾ ਕਾਰਜ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਨਿਪਰੇ ਚੜਿਆ ਹੈ। ਭੈਣ ਜੀ, ਮੈਂ ਚਾਹੁੰਦਾ ਹਾਂ ਕਿ ਸੰਗਤਾਂ ਵੱਲੋਂ ਆਪ ਜੀ ਨੇ ਜਿਹੜੀ ਮਦਦ ਦੀ ਗੁਹਾਰ ਲਾਈ ਸੀ ਉਹ ਮਦਦ ਹੋ ਗਈ ਹੈ, ਅਤੇ ਆਪ ਜੀ ਦਾ ਆਪਰੇਸ਼ਨ ਹੋ ਗਿਆ। ਕੀ ਹਾਲ ਹੈ? ਹਾਂਜੀ, ਠੀਕ ਆ। ਹਾਂਜੀ, ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਰ, ਮੈਂ ਧੰਨਵਾਦ ਕਰਦੀ ਹਾਂ ਕਿ ਮੇਰਾ ਆਪਰੇਸ਼ਨ ਕੀਤਾ, ਮੈਂ ਹੁਣ ਠੀਕ ਆ, ਵਧੀਆ। ਅੱਗੇ ਦਰਦ ਹੁੰਦੀ ਸੀ ਮੇਰੇ, ਹੁਣ ਮੈਂ ਬਿਲਕੁਲ ਠੀਕ ਹਾਂ। ਦਿਨ ਜਾਣਕਾਰੀ ਦੇ ਵਿੱਚ ਮੈਂ ਵਾਧਾ ਕਰ ਦੇਵਾਂ ਕਿ ਭੈਣ ਜੀ ਉਹਨਾਂ ਦਾ ਆਪਰੇਸ਼ਨ ਹੋ ਗਿਆ ਹੈ, ਅਤੇ ਪੇਨ ਆ ਥੋੜ੍ਹੀ ਜਿਹੀ, ਜਿਹਦੇ ਕਰਕੇ ਹੌਲੀ ਹੌਲੀ ਬੋਲ ਰਹੇ ਨੇ ਭੈਣ ਜੀ ਹੁਣੀ, ਕਿਉਂਕਿ ਆਪਰੇਸ਼ਨ ਤੋਂ ਬਾਅਦ 1, 2 ਜਾਂ 3 ਦਿਨਾਂ ਬਾਅਦ ਡਾਕਟਰ ਸਾਹਿਬ ਉਹਨਾਂ ਨੇ ਜਿਹੜੇ ਕਹਿੰਦੇ ਨੇ ਕਿ ਛੁੱਟੀ ਜਿਹੜੀ ਡਿਕਲੇਅਰ ਉਹ ਕਰ ਦਿੰਦੇ ਨੇ। ਜੇ ਮੈਂ ਗੱਲ ਕਰਾਂ ਸੰਗਤ ਜੀ ਕਿ ਭੈਣ ਜੀ ਉਹਨਾਂ ਦੇ ਜਿਹੜੇ ਸੀ ਕਿ ਪਿੱਤੇ ਦੇ ਵਿੱਚ ਸਟੋਨ ਸੀ, ਸੋ ਜਿਹੜੀ ਸਟੋਨ ਨਿਕਲੀ, ਮੈਂ ਉਹਦੀ ਵੀ ਸਾਂਝ ਆਪ ਸਭ ਸੰਗਤਾਂ ਦੇ ਨਾਲ ਪਾਵਾਂਗਾ। ਸੰਗਤ ਜੀ, ਇਹ ਜਿਹੜੀ ਸਟੋਨ ਹੈ ਬਿਲਕੁਲ ਇੱਕ ਜਿਵੇਂ ਲੜੀ ਬਣੀ ਹੁੰਦੀ ਹੈ, ਆਪ ਸੰਗਤ ਜੀ ਦੇਖ ਸਕਦੇ ਜੇ ਇਹ ਕਿੰਨੀ ਦਿੱਕਤ ਹੋਵੇਗੀ ਭੈਣ ਜੀ ਉਹਨਾਂ ਨੂੰ, ਕਿਉਂਕਿ ਆਪਰੇਸ਼ਨ ਤੋਂ ਬਾਅਦ ਡਾਕਟਰ ਸਾਹਿਬ ਉਹਨਾਂ ਵੱਲੋਂ ਜਿਸ ਚੀਜ਼ ਦਾ ਆਪਰੇਸ਼ਨ ਕੀਤਾ ਜਾਂਦਾ ਹੈ ਉਹ ਚੀਜ਼ ਦਿਖਾਈ ਜਾਂਦੀ ਹੈ, ਤਾਂ ਜੋ ਮਰੀਜ਼ ਨੂੰ ਪਤਾ ਲੱਗ ਸਕੇ ਕਿ ਉਹਨੂੰ ਕਿਸ ਚੀਜ਼ ਦੇ ਨਾਲ ਕੀ ਪ੍ਰੋਬਲਮ ਕ੍ਰੀਏਟ ਹੋਈ ਸੀ। ਸੋ ਸੰਗਤ ਜੀ, ਡਾਕਟਰ ਅਮਰਜੋਤ ਜੋ ਕਿ ਸਰਜਨ ਨੇ, ਉਹਨਾਂ ਵੱਲੋਂ ਆਪਰੇਟ ਕਰਨ ਤੋਂ ਬਾਅਦ ਜਿਹੜੀਆਂ ਪਿੱਤੇ ਦੇ ਵਿੱਚੋਂ ਸਟੋਨ ਨਿਕਲੀ ਸੀ ਉਹ ਕੱਢ ਕੇ ਅਤੇ ਮਰੀਜ਼ ਨੂੰ ਦਿਖਾ ਦਿੱਤੀ ਗਈ ਹੈ ਕਿ ਇਹ ਚੀਜ਼ ਸੀ ਜਿਹੜੀ ਤੁਹਾਨੂੰ ਪਰੇਸ਼ਾਨ ਕਰ ਰਹੀ ਸੀ ਪਿਛਲੇ ਲੰਮੇ ਸਮੇਂ ਤੋਂ। ਸੋ ਸੰਗਤ ਜੀ, ਪਿਛਲੇ 2-3 ਮਹੀਨੇ ਤੋਂ ਭੈਣ ਵੀਨਾ ਕੌਰ ਹੋਣੀ ਕਾਫੀ ਦਿੱਕਤ ਦੇ ਵਿੱਚ ਸਨ। ਆਪਣੇ ਤੌਰ 'ਤੇ ਜਿਹੜਾ ਸੀ ਭੈਣ ਵੀਨਾ ਕੌਰ ਹੋਣਾ ਨੇ ਕਾਫੀ ਤੌਰ 'ਤੇ ਜਿਹੜਾ ਸੀ ਆਪਣੇ ਵੱਲੋਂ ਟਰੀਟਮੈਂਟ ਕਰਵਾਇਆ, ਪਰ ਸੰਗਤ ਜੀ ਜਿਵੇਂ ਕਿ ਭੈਣ ਜੀ ਹੁਣੀ ਸਭ ਤੋਂ ਪਹਿਲਾਂ ਸਰਕਾਰੀ ਹਸਪੀਟਲ ਗਏ, ਆਪਣੇ ਤੌਰ 'ਤੇ ਉਹਨਾਂ ਨੇ ਇੱਕ ਅਲਟਰਾਸਾਊਂਡ ਕਰਵਾਇਆ ਸੀ, ਜਿਹਦੇ ਵਿੱਚ ਪਿੱਤੇ ਦੇ ਵਿੱਚ ਸਟੋਨ ਆਈ ਸੀ। ਅਤੇ ਜਦੋਂ ਭੈਣ ਜੀ ਹੁਣਾਂ ਨੇ ਆਪਰੇਸ਼ਨ ਦੀ ਗੱਲ ਕੀਤੀ ਡਾਕਟਰ ਸਾਹਿਬ ਹੁਣਾਂ ਨਾਲ, ਤਾਂ ਭੈਣ ਜੀ ਹੁਣਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਖਰਚਾ ਸੀ ਉਹ ਇਹਨਾਂ ਦੀ ਪਹੁੰਚ ਤੋਂ ਬਹੁਤ ਜ਼ਿਆਦਾ ਬਾਹਰ ਸੀ, ਕਿਉਂਕਿ ਮੈਂ ਆਪ ਸਭ ਸੰਗਤ ਦੇ ਨਾਲ ਸਾਂਝ ਪਾਈ ਸੀ ਕਿ ਭੈਣ ਜੀ ਹੁਣਾਂ ਦੇ ਬ੍ਰਦਰ ਕੋਈ ਨਹੀਂ, ਇਸ ਕਰਕੇ ਇਹ ਆਪਣੇ ਮਾਤਾ ਜੀ ਹੁਣਾਂ ਕੋਲ ਜਿਹੜਾ ਵਾ ਸ਼ੇਖ ਚੱਕ ਰਹਿੰਦੇ ਨੇ। ਸੋ ਇਹਨਾਂ ਦੇ ਜਿਹੜੇ ਪਤੀ ਨੇ ਉਹ ਭਾਜੀ ਹੁਣੀ ਭੱਠੇ ਦੇ ਉੱਪਰ ਇੱਟਾਂ ਪਾਉਣ ਦਾ ਜਿਹੜਾ ਉਹ ਕੰਮ ਕਰਦੇ ਨੇ। ਸੋ ਆਮਦਨ ਇੰਨੀ ਨਹੀਂ ਸੀ, ਜਿਸ ਕਰਕੇ ਭੈਣ ਵੀਨਾ ਕੌਰ ਹੋਣੀ ਆਪਣਾ ਟਰੀਟਮੈਂਟ ਜਿਹੜਾ ਉਹ ਕਰਵਾ ਸਕਦੇ। ਸੋ ਇਸੇ ਹੀ ਕਰਕੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਅੱਗੇ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਸਾਡੀ ਮਦਦ ਕੀਤੀ ਜਾਵੇ, ਅਤੇ ਆਪ ਸਭ ਸੰਗਤਾਂ ਨੇ ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਸੀ, ਅਤੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਟੀਮ ਵੱਲੋਂ ਭੈਣ ਵੀਨਾ ਕੌਰ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਐਡਮਿਟ ਕਰਵਾ ਕੇ ਅਤੇ ਉਹਨਾਂ ਦਾ ਆਪਰੇਸ਼ਨ ਹੋ ਗਿਆ। ਸੋ ਸੰਗਤ ਜੀ, ਦਿਲ ਦੀਆਂ ਗਹਿਰਾਈਆਂ ਤੋਂ ਆਪ ਸਭ ਸੰਗਤਾਂ ਦਾ ਧੰਨਵਾਦ। ਭੈਣ ਵੀਨਾ ਕੌਰ ਹੋਣੀ ਜਿੱਥੇ ਕਰਦੇ ਨੇ ਉੱਥੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਰਦੀ ਕਿ ਜਿੱਥੇ ਹੁਣ ਤੱਕ ਤੁਸੀਂ ਜਿੰਨੇ ਵੀ ਮਰੀਜ਼ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਟੀਮ ਵੱਲੋਂ ਆਪ ਜੀ ਦੀ ਝੋਲੀ ਵਿੱਚ ਪਾਏ ਗਏ ਨੇ, ਆਪ ਸਭ ਸੰਗਤਾਂ ਨੇ
ਬਿਨਾਂ ਕਿਸੇ ਫਰਕ ਤੋਂ ਉਹਨਾਂ ਦੀ ਜੋ ਵੀ ਲੋੜੀਂਦਾ ਉਹਨਾਂ ਨੂੰ ਸਹੂਲਤ ਚਾਹੀਦੀ ਹੁੰਦੀ, ਮੈਡੀਕਲ ਸਹੂਲਤ ਚਾਹੀਦੀ ਹੁੰਦੀ, ਸੰਗਤ ਜੀ ਆਪ ਉਹਨਾਂ ਨੂੰ ਉਹ ਸਹੂਲਤ ਪ੍ਰੋਵਾਈਡ ਕਰਦੇ ਜੋ। ਸੋ ਸੰਗਤ ਜੀ ਇਸ ਕਰਕੇ ਆਪ ਸਭ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਧੰਨਵਾਦ ਕਰਦੀ ਹੈ ਅਤੇ ਇਹੀ ਬੇਨਤੀ ਕਰਦੀ ਹੈ ਕਿ ਸੰਗਤ ਜੀ ਹੁਣ ਭੈਣ ਮੀਨਾ ਕੌਰ ਦਾ ਜਿੱਥੇ ਓਪਰੇਟ ਹੋ ਗਿਆ ਹੈ ਉੱਥੇ ਸੰਗਤ ਜੀ ਇਹਨਾਂ ਦੀ ਦਵਾਈ ਵੀ ਜਿਹੜੀ ਹੈ ਉਹ ਲੰਮਾ ਸਮਾਂ ਚੱਲਣੀ ਹੈ। ਸੋ ਸੰਗਤ ਜੀ ਇਸ ਕਰਕੇ ਜਿੱਥੇ ਹੁਣ ਤੱਕ ਤੁਸੀਂ ਓਪਰੇਟ ਤੱਕ ਇੰਨਾ ਸਾਥ ਦਿੱਤਾ ਹੈ ਭੈਣ ਮੀਨਾ ਕੌਰ ਦਾ ਕਿ ਇਹਨਾਂ ਨੂੰ ਤੁਸੀਂ ਤੰਦਰੁਸਤੀ ਦੀ ਜਿਹੜੀ ਹੈ ਉਹ ਦਾਤ ਪ੍ਰੋਵਾਈਡ ਕੀਤੀ ਹੈ। ਸੋ ਸੰਗਤ ਜੀ ਆਸ ਕਰਦੇ ਹਾਂ ਕਿ ਅਗਾਂਹ ਵੀ ਜਿਹੜੀ ਮੈਡੀਸਨ ਭੈਣ ਮੀਨਾ ਕੌਰ ਦੀ ਚੱਲਣੀ ਨੇ ਉਹਦੇ ਵਿੱਚ ਵੀ ਆਪ ਸਭ ਸੰਗਤਾਂ ਇਵੇਂ ਹੀ ਵੱਧ ਤੋਂ ਵੱਧ ਸਹਿਯੋਗ ਕਰੋਗੇ। ਸੋ ਸੰਗਤ ਜੀ ਇੱਥੋਂ ਤੱਕ ਦੇ ਜਿਹੜੇ ਕਾਰਜ ਨੇ ਉਹ ਤੇ ਆਪ ਸਭ ਸੰਗਤਾਂ ਦੇ ਨੇਪਰੇ ਚੜ੍ਹ ਗਏ ਨੇ। ਸੋ ਅੱਗੇ ਵੀ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਰਦੇ ਹਾਂ ਕਿ ਜ਼ਰੂਰ ਆਪ ਸਭ ਸੰਗਤਾਂ ਵੱਧ ਤੋਂ ਵੱਧ ਸਾਥ ਦਿਓ। ਇੱਥੇ ਭੈਣ ਮੀਨਾ ਕੌਰ ਜੀ ਉਹਨਾਂ ਦੀ ਜਿਹੜੀ ਭੈਣ ਹੈ ਉਹ ਵੀ ਮੌਜੂਦ ਹੈ। ਆਓ ਆਪ ਸਭ ਸੰਗਤਾਂ ਦੀ ਸਾਂਝ ਮੈਂ ਭੈਣ ਜੀ ਉਹਨਾਂ ਦੇ ਨਾਲ ਵੀ ਕਰਵਾਉਣਾ। ਭੈਣ ਜੀ ਭੈਣ ਮੀਨਾ ਕੌਰ ਕਾਫੀ ਦਿੱਕਤ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ, ਪਰ ਹੁਣ ਸੰਗਤਾਂ ਵੱਲੋਂ ਇਹਨਾਂ ਦਾ ਇਲਾਜ ਜਿਹੜਾ ਵਾ ਉਹ ਹੋ ਗਿਆ। ਮੈਂ ਚਾਹੁੰਦਾ ਆਪ ਵੀ ਸੰਗਤ ਦੇ ਨਾਲ ਕੁਛ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰ ਸਕਦੇ ਹੋ। ਵੈਸੇ ਰਾਤ ਦਾ ਕਿੰਨਾ ਕੁ ਫਰਕ ਹੈ ਭੈਣ ਜੀ ਉਹਨਾਂ ਨੂੰ? ਹਾਂਜੀ ਭਾਜੀ, ਅੱਗੇ ਨਾਲ ਬਹੁਤ ਠੀਕ ਹੈਗੇ ਆ। ਬਹੁਤ ਦਿੱਕਤ ਸੀ, ਅਸੀਂ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਹੁਣ ਠੀਕ ਹੈਗੇ ਉਹ ਅੱਗੇ ਨਾਲੋਂ। ਹਾਂਜੀ। ਸੋ ਸੰਗਤ ਜੀ ਇਹ ਕਿਉਂਕਿ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਭੈਣ ਮੀਨਾ ਕੌਰ ਦਾ ਕੋਈ ਭਰਾ ਨਹੀਂ ਹੈਗਾ, ਇਸ ਕਰਕੇ ਭੈਣਾਂ ਹੀ ਜਿਹੜੀਆਂ ਜਿੱਦਣ ਤੋਂ ਹੀ ਭੈਣ ਮੀਨਾ ਕੌਰ ਨੂੰ ਐਡਮਿਟ ਕਰਵਾਇਆ ਗਿਆ ਪਹਿਲਾਂ ਇਹਨਾਂ ਦੇ ਮਾਤਾ ਜੀ ਜਿਵੇਂ ਕਿ ਇਹਨਾਂ ਦੇ ਘਰ ਦੇ ਵਿੱਚ ਹੋਰ ਕੋਈ ਬੰਦਾ ਨਹੀਂ, ਇਸ ਕਰਕੇ ਆਪ ਹੀ ਵਾਰੀ ਸਿਰ ਆਉਣਾ ਪੈਂਦਾ ਹੈ। ਸੋ ਮਾਤਾ ਜੀ ਪਹਿਲਾਂ ਸਨ, ਇਸ ਕਰਕੇ ਉਹ ਘਰੇ ਚਲੇ ਗਏ ਨੇ ਕਿਉਂਕਿ ਬੱਚੇ ਛੋਟੇ ਛੋਟੇ ਨੇ, ਇਸ ਕਰਕੇ ਹੁਣ ਇਹਨਾਂ ਦੇ ਭੈਣ ਜੀ ਹੁਣੀ ਹੌਸਪੀਟਲ ਆਏ ਨੇ। ਸੋ ਸੰਗਤ ਜੀ ਆਪ ਸਭ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਧੰਨਵਾਦ ਕਰਦੇ ਹਾਂ ਅਤੇ ਇਹ ਕਹਿੰਦੇ ਹਾਂ ਕਿ ਪਰਿਵਾਰ ਸੱਚੀ ਹੀ ਬੜਾ ਲੋੜਵੰਦ ਸੀ। ਸੋ ਆਪ ਸਭ ਸੰਗਤਾਂ ਨੇ ਤਨਦੇਹੀ ਤੋਂ ਜੋ ਗੁਰੂ ਨਾਨਕ ਮਹਾਰਾਜ ਜੀ ਨੇ ਸਾਨੂੰ ਇੱਕ ਸਿਧਾਂਤ ਬਖਸ਼ਿਆ ਹੈ, ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਤੱਖ ਤੌਰ 'ਤੇ ਸੰਗਤ ਜੀ ਲਾਗੂ ਕਰੀ ਬੈਠੇ ਜੋ। ਸੋ ਇਸ ਕਰਕੇ ਸੰਗਤ ਜੀ ਆਪ ਸਭ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਧੰਨਵਾਦ ਕਰਦੀ ਹੈ ਅਤੇ ਆਪ ਜੀ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਰਦੀ ਹੈ ਕਿ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਲੋੜਵੰਦ ਪਰਿਵਾਰ ਆਪ ਸਭ ਸੰਗਤਾਂ ਦੇ ਰੂਬਰੂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਕਰਦੀ ਹੈ। ਅਤੇ ਸੰਗਤ ਜੀ ਆਸ ਕਰਦੇ ਹਾਂ ਕਿ ਆਪ ਇਵੇਂ ਹੀ ਪੱਬਾਂ ਭਾਰ ਹੋ ਕੇ ਉਹਨਾਂ ਸਭ ਸੰਗਤਾਂ ਦਾ, ਲੋੜਵੰਦ ਪਰਿਵਾਰਾਂ ਦਾ ਸੰਗਤ ਜੀ ਸਾਥ ਦਿਓਗੇ। ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਜਿਸ ਵਕਤ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਪੜ੍ਹੀਏ, ਮਹਾਰਾਜ ਜੀ ਬਾਣੀ ਦੇ ਵਿੱਚ ਇਹ ਬਚਨ ਦਰਜ ਕਰਦੇ ਨੇ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਸਤਿਗੁਰੂ ਜੀ ਕਹਿੰਦੇ ਨੇ ਦੁੱਖ ਅਤੇ ਸੁੱਖ ਕੱਪੜਿਆਂ ਦੇ ਵਾਂਗ ਨੇ, ਮਨੁੱਖ ਨੂੰ ਪਾਉਣੇ ਪੈਂਦੇ ਨੇ। ਸੋ ਪਿਛਲੇ ਦਿਨੀ ਮੈਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀਆਂ ਸੇਵਾਵਾਂ ਲੈ ਕੇ ਪਿੰਡ ਸ਼ੇਖਚਾਰ ਪਹੁੰਚਿਆ ਸੀ। ਉੱਥੇ ਸੰਗਤ ਜੀ ਮੈਂ ਆਪ ਸਭ ਸੰਗਤਾਂ ਦੇ ਨਾਲ ਇੱਕ ਪਰਿਵਾਰਕ ਮੈਂਬਰ ਦੀ ਸਾਂਝ ਪਾਈ ਸੀ, ਭੈਣ ਮੀਨਾ ਕੌਰ, ਜਿਸ ਨੂੰ ਕਿ ਕਾਫੀ ਲੰਮੇ ਸਮੇਂ ਤੋਂ ਜਿਹੜੀ ਸੀ ਸਰੀਰਕ ਪ੍ਰੋਬਲਮ ਸੀ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਭੈਣ ਮੀਨਾ ਕੌਰ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹੌਸਪੀਟਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ ਸੀ। ਸੋ ਸੰਗਤ ਜੀ ਇਸ ਵਕਤ ਮੈਂ ਗਾਇਨੀ ਵਾਰਡ ਦੇ ਵਿੱਚ ਹੀ ਮੌਜੂਦ ਹਾਂ, ਜਿੱਥੇ ਕਿ ਭੈਣ ਮੀਨਾ ਕੌਰ ਜੀ ਉਹਨਾਂ ਨੂੰ ਜਿਹੜੀ ਹੈ ਉਹ ਛੁੱਟੀ ਮਿਲ ਗਈ ਹੈ ਅਤੇ ਅੱਜ ਉਹ ਆਪਣੇ ਘਰ ਜਾ ਰਹੇ ਨੇ ਆਪਣੇ ਪਰਿਵਾਰ ਦੇ ਵਿੱਚ। ਸੋ ਸੰਗਤ ਜੀ ਆਪ ਸਭ ਸੰਗਤਾਂ ਨੇ ਇਹ ਸੇਵਾ ਲਾਈ ਹੈ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦੀ, ਕਿ ਜਿੱਥੇ ਵੀ ਕੋਈ ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਵਾਂਝਾ ਹੁੰਦਾ ਹੈ, ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉੱਥੋਂ ਤੱਕ ਪਹੁੰਚ ਕਰਕੇ ਅਤੇ ਉਸ ਪਰਿਵਾਰਕ ਮੈਂਬਰ ਦੀ ਸਾਂਝ ਆਪ ਸਭ ਸੰਗਤਾਂ ਦੇ ਨਾਲ ਪਾਈ ਜਾਂਦੀ ਹੈ। ਸੋ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਭੈਣ ਮੀਨਾ ਕੌਰ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹੌਸਪੀਟਲ ਦਾਖਲ ਕਰਵਾਉਣ ਤੋਂ ਬਾਅਦ
ਉਹਨਾਂ ਦਾ ਆਪਰੇਟ ਹੋ ਗਿਆ ਸੀ ਤੇ ਹੁਣ ਛੁੱਟੀ ਮਿਲ ਗਈ ਏ। ਸੋ ਇਹ ਸਾਰੇ ਕਾਰਜ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਨੇਪਰੇ ਚੜ੍ਹੇ ਨੇ। ਸੋ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਆਪ ਸਭ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਏ, ਕਿਉਂਕਿ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਇਹ ਸੇਵਾਵਾਂ ਚੱਲ ਰਹੀਆਂ ਨੇ। ਕਿਉਂਕਿ ਜਿਵੇਂ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਇਕੱਲਾ ਮਨੁੱਖ ਕੁਛ ਵੀ ਨਹੀਂ ਕਰ ਸਕਦਾ, ਪਰ ਜਦੋਂ ਸੰਗਤ ਨਾਲ ਆਣ ਕੇ ਖਲੋ ਜਾਂਦੀ ਏ ਤਾਂ ਫਿਰ ਕੋਈ ਵੀ ਵਿਖੜਾ ਪੰਧ ਜਿਹੜਾ ਵਾ ਉਹ ਸੁਖਾਲਾ ਹੋ ਜਾਂਦਾ ਹੈ। ਇੱਕ ਵਿਦਵਾਨ ਬੜੇ ਕੀਮਤੀ ਬੋਲ ਲਿਖਦਾ ਹੈ ਕਿ ਜਦੋਂ ਜ਼ੀਰੋ ਹੁੰਦੀ ਹੈ ਨਾ ਇਕੱਲੀ, ਤੇ ਉਹਦਾ ਕੋਈ ਵਜੂਦ ਨਹੀਂ ਹੁੰਦਾ, ਪਰ ਜਦੋਂ ਉਸ ਜ਼ੀਰੋ ਦੇ ਨਾਲ ਇੱਕ ਜੁੜ ਜਾਂਦਾ ਹੈ ਤਾਂ ਉਸ ਦੀ ਗਿਣਤੀ 10 ਗੁਣਾ ਵੱਧ ਜਾਂਦੀ ਹੈ, ਉਹਦੀ ਵੈਲਿਊਜ਼ ਹੋਰ ਜ਼ਿਆਦਾ ਵੱਧ ਜਾਂਦੀ ਹੈ। ਸੋ ਇਵੇਂ ਹੀ ਜਦੋਂ ਮਨੁੱਖ ਇਕੱਲਾ ਹੁੰਦਾ ਹੈ ਤਾਂ ਕਈ ਵਿਖੜੀਆਂ ਹਾਲਾਤਾਂ ਸੋਚਾਂ ਦੇ ਵਿੱਚ ਜਿਹੜਾ ਵਾ ਫਸਿਆ ਹੁੰਦਾ ਹੈ। ਪਰ ਜਿਵੇਂ ਸੰਗਤ ਜੀ ਆਪ ਸਭ ਸੰਗਤਾਂ ਉਸ ਪਰਿਵਾਰਕ ਮੈਂਬਰ ਲੋੜਵੰਦ ਦੇ ਨਾਲ ਆਣ ਕੇ ਖੜ ਜਾਂਦੇ ਜੋ, ਤੇ ਉਹ ਵੀ ਮਨੁੱਖ ਜਿਹੜਾ ਵਾ ਉਹ 10 ਗੁਣਾ ਜਿਹੜਾ ਵਾ ਹੋਰ ਸ਼ਕਤੀਸ਼ਾਲੀ ਹੋ ਜਾਂਦਾ ਹੈ। ਸੋ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਭੈਣ ਵੀਨਾ ਕੌਰ ਹੁਣਾਂ ਦਾ ਜਿਹੜਾ ਵਾ ਟ੍ਰੀਟਮੈਂਟ ਪੂਰਾ ਹੋ ਚੁੱਕਿਆ ਹੈ। ਹੁਣ ਛੁੱਟੀ ਲੈ ਕੇ ਤੇ ਉਹ ਆਪਣੇ ਘਰ ਜਾ ਰਹੇ ਨੇ। ਸੋ ਸੰਗਤ ਜੀ ਇਹ ਸੇਵਾਵਾਂ ਤਾਂ ਹੀ ਨੇਪਰੇ ਚੜ੍ਹੀਆਂ ਨੇ ਤੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਪੂਰੇ ਪੱਬਾਂ ਭਾਰ ਹੋ ਕੇ ਤਾਂ ਹੀ ਵੱਖ-ਵੱਖ ਪਿੰਡਾਂ ਦੇ ਵਿੱਚ ਜਾਂਦੀ, ਕਿਉਂਕਿ ਆਪ ਸਭ ਸੰਗਤਾਂ ਦਾ ਸਹਿਯੋਗ ਹੈ। ਸੋ ਆਓ ਆਪ ਸਭ ਸੰਗਤਾਂ ਦੀ ਮੈਂ ਸਾਂਝ ਭੈਣ ਵੀਨਾ ਕੌਰ ਹੁਣਾਂ ਨਾਲ ਵੀ ਕਰਵਾਉਣਾ, ਕਿਉਂਕਿ ਸੰਗਤ ਜੀ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਨੇ ਇੱਕ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਵਾ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ। ਭੈਣ ਜੀ ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਦਾ ਹਾਂ ਕਿ ਆਪ ਜ਼ਰੂਰ ਸੰਗਤ ਨਾਲ ਥੋੜ੍ਹੀ ਜਿਹੀ ਸਾਂਝ ਪਾਓ ਕਿ ਕੀ ਹਾਲ ਹੈ ਹੁਣ ਤੁਹਾਡਾ? ਹਾਂਜੀ ਠੀਕ ਆ। ਹਾਂਜੀ ਬਹੁਤ ਵਧੀਆ, ਮੈਂ ਵਧੀਆ ਠੀਕ ਆ ਹੁਣ ਅੱਗੇ ਨਾਲੋਂ। ਹਾਂਜੀ ਕੀ ਚੇਂਜ ਆਇਆ? ਕਿਉਂਕਿ ਇੱਕ ਸਮਾਂ ਸੀ ਜਦੋਂ ਤੁਸੀਂ ਪਿੰਡ ਸ਼ੇਖ ਚੱਕ ਸੀ, ਕਾਫੀ ਦਿੱਕਤਾਂ, ਉਹਦੇ ਨਾਲੋਂ ਹੁਣ ਕਿੰਨਾ ਕੁ ਫਰਕ ਲੱਗਦਾ ਹੈ? ਕੀ ਤਬਦੀਲੀ ਆਈ ਵੀ ਜਿਵੇਂ ਪਹਿਲਾਂ ਦਰਦ ਹੁੰਦੀ ਸੀ ਹੁਣ ਦਰਦ ਤੋਂ ਰਾਹਤ ਮਿਲੀ? ਹਾਂਜੀ ਬਹੁਤ ਵਧੀਆ, ਅੱਗੇ ਨਾਲੋਂ ਬਹੁਤ ਵਧੀਆ ਫਰਕ ਪਿਆ ਏ। ਹਾਂਜੀ ਤੇ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਇਹਨਾਂ ਦਾ। ਉਹ ਸੰਗਤ ਜੀ ਆਪ ਸਭ ਸੰਗਤਾਂ ਦੇ ਨਾਲ ਸੰਗਤ ਏਡ ਮੈਡੀਕਲ ਕੇਅਰ ਫੰਡ ਦੀਆਂ ਸੇਵਾਵਾਂ ਲੈ ਕੇ ਅੱਜ ਇੱਥੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਪਹੁੰਚੇ ਆ। ਤੇ ਭੈਣ ਜੀ ਹੁਣੀ ਵੀ ਆਪ ਸਭ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਉਹ ਧੰਨਵਾਦ ਕਰਦੇ, ਕਿਉਂਕਿ ਸੰਗਤ ਜੀ ਆਪ ਸਭ ਸੰਗਤਾਂ ਦੇ ਨਾਲ ਪਹਿਲੀ ਵੀਡੀਓਜ਼ ਵਿੱਚ ਜਿਹੜੀ ਇਹ ਗੱਲ ਸਾਂਝੀ ਕਰ ਹੀ ਚੁੱਕਿਆ ਸਾਂ ਕਿ ਭੈਣ ਵੀਨਾ ਕੌਰ ਹੁਣਾਂ ਦੇ ਜਿਹੜਾ ਕਿ ਕੋਈ ਬ੍ਰਦਰ ਨਹੀਂ, ਇਸ ਕਰਕੇ ਉਹ ਆਪਣੇ ਪੇਕੇ ਘਰ ਇੱਥੇ ਰਹਿੰਦੇ ਸਨ। ਸੋ ਹੁਣ ਜਿਹੜਾ ਵੀ ਸਾਰਾ ਖਰਚਾ ਸੀ ਪਰਿਵਾਰ ਦਾ ਉਹ ਸਾਰਾ ਹੀ ਭੈਣ ਵੀਨਾ ਕੌਰ ਹੁਣਾਂ ਦੇ ਜਿਹੜੇ ਹਸਬੈਂਡ ਨੇ ਭਾਜੀ ਹੁਣੀ ਉਹਨਾਂ ਦੇ ਸਿਰ 'ਤੇ ਸੀ। ਉਹ ਆਪ ਵਿਚਾਰੇ ਭੱਠੇ ਦੇ ਉੱਪਰ ਕਿਰਤ ਕਰਦੇ ਸਨ। ਸੋ ਇਸ ਕਰਕੇ ਪਿਛਲੇ ਲੰਮੇ ਸਮੇਂ ਤੋਂ ਇਸ ਦਿੱਕਤ ਦੇ ਵਿੱਚ ਸਨ ਭੈਣ ਵੀਨਾ ਕੌਰ। ਆਪਣੇ ਤੌਰ 'ਤੇ ਉਹਨਾਂ ਨੇ ਕਾਫੀ ਜ਼ਿਆਦਾ ਇਲਾਜ ਕਰਵਾਇਆ, ਪਰ ਜਿਸ ਵਕਤ ਉਹਨਾਂ ਨੂੰ ਡਾਕਟਰ ਸਾਹਿਬ ਉਹਨਾਂ ਨੇ ਆਪਰੇਟ ਦੀ ਸਲਾਹ ਦਿੱਤੀ ਤਾਂ ਇਲਾਜ ਇੰਨਾ ਮਹਿੰਗਾ ਸੀ ਕਿ ਉਹਨਾਂ ਦੀ ਪਹੁੰਚ ਤੋਂ ਬਾਹਰ ਸੀ। ਸੋ ਇਸੇ ਹੀ ਕਰਕੇ ਭੈਣ ਵੀਨਾ ਕੌਰ ਉਹਨਾਂ ਨੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਅੱਗੇ ਇਹ ਗੁਹਾਰ ਲਾਈ ਸੀ ਕਿ ਆਪ ਸਭ ਸੰਗਤਾਂ ਵੱਧ ਤੋਂ ਵੱਧ ਪਰਿਵਾਰ ਦਾ ਸਹਿਯੋਗ ਕਰੋ ਤਾਂ ਜੋ ਇਹਨਾਂ ਵਿਖੜਿਆਂ ਹਾਲਾਤਾਂ ਵਿੱਚੋਂ ਇਹ ਨਿਕਲ ਸਕਣ। ਸੋ ਆਪ ਸਭ ਸੰਗਤਾਂ ਨੇ ਵੱਧ ਤੋਂ ਵੱਧ ਸਾਥ ਦਿੱਤਾ। ਹੁਣ ਇੱਕ ਜਿਹੜੀ ਹੋਰ ਜ਼ਰੂਰੀ ਬੇਨਤੀ ਮੈਂ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਕਰਨੀ ਹੈ ਕਿ ਇੱਕ ਭੈਣ ਵੀਨਾ ਕੌਰ ਹੁਣਾਂ ਦਾ ਆਪਰੇਟ ਤੇ ਹੁਣ ਹੋ ਗਿਆ ਹੈ, ਪਰ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਆਪਰੇਟ ਤੋਂ ਬਾਅਦ ਜਿਹੜੀ ਹੈ ਉਹ ਦਵਾਈ ਵੀ ਲਗਾਤਾਰ ਜਿਹੜੀ ਹੈ ਭੈਣ ਵੀਨਾ ਕੌਰ ਹੁਣਾਂ ਨੂੰ ਜਿਹੜੀ ਹੈ ਉਹ ਲੈਣੀ ਪੈਣੀ ਹੈ। ਸੋ ਇਹ ਸਾਰਾ ਜਿਹੜਾ ਖਰਚਾ ਸੰਗਤ ਜੀ ਤੁਹਾਨੂੰ ਪਤਾ ਹੈ ਕਿ ਕਾਫੀ ਐਕਸਪੈਂਸਿਵ ਹੈ। ਸੋ ਇਹ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਨੇਪਰੇ ਚੜ੍ਹ ਸਕਦਾ ਹੈ। ਇੱਥੇ ਭੈਣ ਵੀਨਾ ਕੌਰ ਹੁਣਾਂ ਦੇ ਮਾਤਾ ਜੀ, ਕਿਉਂਕਿ ਜਿਸ ਦਿਨ ਤੋਂ ਭੈਣ ਵੀਨਾ ਕੌਰ ਹੁਣਾਂ ਨੂੰ ਹਸਪੀਟਲ ਐਡਮਿਟ ਕਰਵਾਇਆ ਗਿਆ ਸੀ ਅਤੇ ਮਾਤਾ ਜੀ ਹੁਣੀ ਇਹਨਾਂ ਦੇ ਕੋਲ ਹੀ ਰਹਿੰਦੇ ਨੇ। ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਪਹਿਲਾਂ ਮਾਤਾ ਜੀ ਹੁਣੀ ਵੀ ਇੱਥੇ ਐਡਮਿਟ ਰਹੇ ਸੀ ਅਤੇ ਹੁਣ ਠੀਕ ਹੋ ਕੇ ਘਰੇ ਚਲੇ ਗਏ। ਹੁਣ ਇਹਨਾਂ ਦੀ ਵੀ ਦਵਾਈ ਚੱਲ ਰਹੀ ਹੈ। ਸੋ ਮੈਂ ਆਪ ਸਭ ਸੰਗਤਾਂ ਦੀ ਜਿਹੜੀ ਸਾਂਝ ਆ ਉਹ ਮਾਤਾ ਜੀ ਹੁਣਾਂ ਨਾਲ ਵੀ ਕਰਾਉਣਾ। ਮਾਤਾ ਜੀ ਕੀ ਹਾਲ ਹੈ ਹੁਣ ਭੈਣ ਵੀਨਾ ਕੌਰ ਦਾ? ਹਾਂਜੀ ਠੀਕ ਠਾਕ ਵਧੀਆ ਵੀ ਜੀ, ਬਹੁਤ ਵਧੀਆ, ਰਾਜੀ ਹੋ ਕੇ ਚੱਲੇ ਆਪਣੇ ਘਰ। ਬਹੁਤ ਧੰਨਵਾਦ ਸੰਗਤਾਂ ਦਾ ਜਿਨ੍ਹਾਂ ਸੰਯੋਗ ਦਿੱਤਾ ਸਾਡਾ, ਦੋਵਾਂ ਦਾ ਹੀ, ਮਾਵਾਂ ਧੀਆਂ ਦਾ ਹੀ। ਅਸੀਂ ਦੋਵੇਂ ਜਣੀਆਂ ਠੀਕ ਠਾਕ ਵਧੀਆ। ਸੋ ਸੰਗਤ ਜੀ ਮਾਤਾ ਜੀ ਉਹਨਾਂ ਨੇ ਵੀ ਆਪ ਸਭ ਸੰਗਤਾਂ ਦੇ ਨਾਲ ਜਿਹੜੀ ਉਹ ਆਪਣੇ ਦਿਲ ਦੀ ਜਿਹੜੀ ਵੇਦਨਾ ਉਹ ਸਾਂਝੀ ਕੀਤੀ, ਕਿਉਂਕਿ ਸੰਗਤ ਜੀ ਕਿਉਂਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਅੱਜ ਇਲਾਜ ਇੰਨੇ ਮਹਿੰਗੇ ਹੋ ਗਏ ਨੇ ਕਿ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੈ, ਕਿਉਂਕਿ ਮਹਿੰਗਾਈ ਇੰਨੀ ਵੱਧ ਚੁੱਕੀ ਹੈ ਕਿ ਬੰਦੇ ਨੂੰ 2 ਵਕਤ ਦੀ ਰੋਟੀ ਖਾਣ ਦੇ ਜਿਹੜੇ ਉਹ ਲਾਲੇ ਪਏ ਹੋਏ ਨੇ। ਸੋ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਜਿਹੜਾ ਵਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਇਹ ਸੇਵਾਵਾਂ ਕਰ ਰਹੀ ਹੈ।
ਤੇ ਇਹ ਸੇਵਾਵਾਂ ਸੰਗਤ ਜੀ ਤਾਂ ਹੀ ਨਿਰੰਤਰ ਚੱਲਦੀਆਂ ਰਹਿਣਗੀਆਂ ਜਿਵੇਂ ਹੀ ਆਪ ਸਭ ਸੰਗਤਾਂ ਦਾ ਸਾਥ ਸਾਨੂੰ ਮਿਲਦਾ ਰਹੇਗਾ। ਅਸੀਂ ਸਤਿਗੁਰਾਂ ਦੀ ਬਾਣੀ ਦਾ ਇਹ ਬਚਨ ਪੜ੍ਹਦੇ ਹਾਂ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ ਅਕਲੀ ਕੀਚੇ ਦਾਨ, ਨਾਨਕ ਆਖੇ ਰਾਏ ਹੋਰ ਗੱਲਾਂ ਸ਼ੈਤਾਨ। ਕਿ ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਦਾਨ ਵੀ ਕਰਨਾ ਤੇ ਉਹ ਅਕਲ ਦੇ ਨਾਲ ਹੀ ਕਰਨਾ ਚਾਹੀਦਾ ਹੈ। ਸੋ ਇਸ ਕਰਕੇ ਆਪ ਸਭ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਵਾ ਕਿ ਧੰਨਵਾਦ ਕਰਦੀ ਹੈ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ, ਜੋ ਆਪ ਇੱਕੇ ਵਾਰੀ ਕਹਿਣ ਦੇ ਉੱਪਰ ਹੀ ਬਿਨਾਂ ਕਿਸੇ ਵਿਤਕਰੇ ਤੋਂ ਜੋ ਵੀ ਲੋੜਵੰਦ ਪਰਿਵਾਰ ਸੰਗਤ ਜੀ ਆਪ ਜੀ ਦੀ ਝੋਲੀ ਵਿੱਚ ਪਾਇਆ ਹੈ, ਆਪ ਨੇ ਬਿਨਾਂ ਕਿਸੇ ਵਿਤਕਰੇ ਤੋਂ ਉਹਨੂੰ ਤੰਦਰੁਸਤੀ ਦੀ ਜਿਹੜੀ ਹੈ ਉਹ ਦਾਤ ਦਿੱਤੀ ਹੈ। ਸੋ ਸੰਗਤ ਜੀ ਕਿਉਂਕਿ ਆਪ ਸਭ ਸੰਗਤਾਂ ਦੇ ਵਿੱਚ ਹੀ ਉਹ ਗੁਰੂ ਜੀ ਦੀ ਜਿਹੜੀ ਇਹ ਸਿੱਖਿਆ ਵਰਤ ਰਹੀ ਹੈ, ਸੋ ਤਾਂ ਹੀ ਆਪ ਜੋ ਵੀ ਲੋੜਵੰਦ ਪਰਿਵਾਰ ਉਹਨੂੰ ਆਪਣਾ ਪਰਿਵਾਰ ਸਮਝ ਕੇ ਤੇ ਉਹਦੀ ਜਿਹੜੀ ਆ ਤੁਸੀਂ ਦੇਖ ਰੇਖ ਕਰਦੇ ਜੇ, ਕਿਉਂਕਿ ਗੁਰੂ ਵੀ ਸਾਨੂੰ ਇਹੀ ਸਿਖਾਉਂਦਾ ਹੈ। ਅਸੀਂ ਹਜ਼ੂਰ ਸਤਿਗੁਰੂ ਜੀ ਦੀ ਬਾਣੀ ਦੇ ਬਚਨ ਪੜ੍ਹਦੇ ਹਾਂ, ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰਜਾਮੀ, ਕਿ ਜੇ ਕੋਈ ਸਾਡੀ ਇਸ ਜਹਾਨ ਦੇ ਵਿੱਚ ਤੇ ਅਗਲੇ ਜਹਾਨ ਦੇ ਵਿੱਚ ਕੋਈ ਰੱਖਿਆ ਕਰ ਸਕਦਾ ਹੈ ਤੇ ਉਹ ਰੱਬੀ ਨਾਮ ਹੀ ਹੈ। ਸੋ ਉਹੀ ਨਾਮ ਆਪ ਸਭ ਸੰਗਤਾਂ ਦੇ ਵਿੱਚ ਜਿਹੜਾ ਵਾ ਉਹ ਵਰਤ ਰਿਹਾ ਹੈ। ਤਾਂ ਹੀ ਤੁਸੀਂ ਇੱਕੇ ਵਾਰੀ ਕਹਿਣ ਦੇ ਉੱਪਰ ਹੀ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਇੰਨਾ ਸਹਿਯੋਗ ਕਰਦੇ ਜੋ ਕਿ ਸਾਡਾ ਵੀ ਹੌਸਲਾ ਹੋਰ ਵੱਧਦਾ ਏ, ਤਾਂ ਜੋ ਅਸੀਂ ਵੀ ਹੋਰ ਵੱਧ ਚੜ੍ਹ ਕੇ ਜੋ ਵੀ ਲੋੜਵੰਦ ਪਰਿਵਾਰ ਉਹਨਾਂ ਤੱਕ ਪਹੁੰਚ ਕਰਕੇ ਤੇ ਜੋ ਅੱਜ ਸਮਾਜ ਦੇ ਹਾਲਾਤ ਬਣੇ ਪਏ ਨੇ ਉਹ ਠੀਕ ਕਰ ਸਕੀਏ, ਅਸੀਂ ਆਪਣਾ ਯੋਗਦਾਨ ਪਾ ਸਕੀਏ। ਇੱਕ ਵਿਦਵਾਨ ਨੇ ਬੜੇ ਕੀਮਤੀ ਇਹ ਬੋਲ ਲਿਖੇ ਸਨ, ਕਹਿੰਦੇ ਕਿ ਜ਼ਿੰਦਗੀ 'ਚ ਮਾਇਨੇ ਇਹ ਨਹੀਂ ਰੱਖਦਾ ਕਿ ਤੁਹਾਨੂੰ ਕੀ ਮਿਲਿਆ ਏ, ਕਹਿੰਦੇ ਜ਼ਿੰਦਗੀ ਦੇ ਵਿੱਚ ਮਾਇਨੇ ਇਹ ਰੱਖਦਾ ਕਿ ਤੁਸੀਂ ਸਮਾਜ ਨੂੰ ਕੀ ਦੇ ਕੇ ਜਾਣ ਰਹੇ ਜੇ। ਸੋ ਸੰਗਤ ਜੀ ਜਿਵੇਂ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਇਸ ਪੂਰੀ ਕਾਇਨਾਤ ਨੂੰ ਇੱਕ ਇਨਸਾਨੀਅਤ ਦਾ ਜਿਹੜਾ ਵਾ ਸਬਕ ਦਿੱਤਾ ਹੈ, ਤੇ ਉਹੀ ਇਨਸਾਨੀਅਤ ਦੇ ਸਬਕ ਨੂੰ ਸੰਗਤ ਜੀ ਆਪ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਵਾ ਉਹ ਵਸਾਈ ਬੈਠੇ ਜੋ, ਕਿਉਂਕਿ ਗੁਰੂ ਤੇ ਗੁਰੂ ਦੀ ਸੰਗਤ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਸੋ ਇਸੇ ਹੀ ਕਰਕੇ ਆਪ ਉਸੇ ਹੀ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਈ ਬੈਠੇ ਜੋ। ਤੋ ਸੰਗਤ ਜੀ ਅਖੀਰ ਤੇ ਮੈਂ ਇਹੀ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਜਿੱਥੇ ਹੁਣ ਤੱਕ ਤੁਸੀਂ ਭੈਣ ਮੀਨਾ ਕੌਰ ਹੁਣਾਂ ਦਾ ਇੰਨਾ ਸਾਥ ਦਿੱਤਾ ਹੈ ਤੇ ਗਾਂ ਇਹਨਾਂ ਦੀ ਮੈਡੀਸਨ ਵੀ ਚੱਲਣੀ ਹੈ, ਸੋ ਉਹਦੇ ਵਿੱਚ ਵੀ ਸੰਗਤ ਜੀ ਆਪ ਸਭ ਸੰਗਤਾਂ ਦਾ ਵੱਧ ਤੋਂ ਵੱਧ ਸਹਿਯੋਗ ਚਾਹੀਦਾ ਹੈ, ਤਾਂ ਜੋ ਅਸੀਂ ਸਮੇਂ ਸਿਰ ਭੈਣ ਮੀਨਾ ਕੌਰ ਹੁਣਾਂ ਦੀ ਜਿਹੜੀ ਮੈਡੀਸਨ ਆ ਉਹ ਇਹਨਾਂ ਨੂੰ ਪ੍ਰੋਵਾਈਡ ਕਰਵਾ ਸਕੀਏ ਤੇ ਇਹ ਜਲਦੀ ਤੋਂ ਜਲਦੀ ਠੀਕ ਹੋ ਸਕਣ। ਕਿਉਂਕਿ ਮਾਤਾ ਜੀ ਹੁਣਾਂ ਦੀ ਵੀ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਦਵਾਈ ਚੱਲ ਰਹੀ ਹੈ। ਪਤਾ ਜੀ ਹੁਣ ਤੁਹਾਨੂੰ ਕਿੰਨਾ ਕੁ ਫਰਕ ਹੈ ਦਵਾਈ ਦੇ ਨਾਲ? ਫਰਕ ਹੈ ਸਾਨੂੰ, ਤੂੰ ਕੱਲ ਫੇਰ ਦਵਾਈ ਮਿਲ ਗਈ ਹਫ਼ਤੇ ਦੀ, ਕੁਛ ਹੋਰ ਪੈ ਜਾਊਗਾ ਔਰ ਹਫ਼ਤੇ ਦੀ ਮਿਲ ਜੇ, ਚਲੋ ਵਧੀਆ ਜਾ ਠੀਕ ਹੋ ਜਾਵਾਂਗੇ। ਹਾਂਜੀ ਠੀਕ ਹੈ। ਸੋ ਸੰਗਤ ਜੀ ਮਾਤਾ ਜੀ ਹੁਣਾਂ ਨੂੰ ਹੀ ਜਿਵੇਂ ਕਿ ਮੈਂ ਪਹਿਲੀ ਉਹ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਸਾਂਝ ਪਾਈ ਸੀ ਕਿ ਸਵੈਲਿੰਗ ਕਾਫੀ ਹੋ ਜਾਂਦੀ ਸੀ ਇਹਨਾਂ ਦੇ ਹੱਥਾਂ ਪੈਰਾਂ 'ਤੇ ਫੇਸ 'ਤੇ ਵੀ ਹੋ ਜਾਂਦੀ ਸੀ। ਸੋ ਜਦੋਂ ਦੇ ਇਹ ਡਿਸਚਾਰਜ ਹੋ ਕੇ ਗਏ ਨੇ ਮੂੰਹ ਤੋਂ ਜਿਹੜੀ ਸਵੈਲਿੰਗ ਆ ਉਹ ਵੀ ਘਟੀ ਆ ਤੇ ਜਿਹੜੇ ਹੱਡ ਪੈਰ ਆ ਦੁਖਦੇ ਸਨ ਉਹਨਾਂ ਨੂੰ ਵੀ ਹੁਣ ਫਰਕ ਆ। ਸੋ ਸੰਗਤ ਜੀ ਇਹ ਜਿਹੜੀਆਂ ਸੇਵਾਵਾਂ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਨੇਪਰੇ ਚੜ੍ਹ ਰਹੀਆਂ ਨੇ। ਤੇ ਅਖੀਰ ਤੇ ਫਿਰ ਮੈਂ ਇਹੀ ਦੁਬਾਰਾ ਬੇਨਤੀ ਕਰਦਾ ਕਿ ਸੰਗਤ ਜੀ ਵੱਧ ਤੋਂ ਵੱਧ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢੋ, ਤਾਂ ਜੋ ਅਸੀਂ ਹੋਰ ਵੱਧ ਚੜ੍ਹ ਕੇ ਇਹਨਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਸਕੀਏ। ਸੋ ਇਤਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚ ਕੇ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।